29वां भाव आओ उसमें पहलियां 15 1 to 15 देखिए। मैं पढ़ नहीं पाती जी। 29वां भाव राइट। ਇਹ ਸਭ ਗੱਲਾਂ ਉਸ ਨੇਮ ਦੀਆਂ ਹਨ ਜਿਸ ਦਾ ਪ੍ਰਭੂ ਨੇ ਮੂਸਾ ਨੂੰ ਇਜ਼ਰਾਈਲੀ ਲੋਕਾਂ ਦੇ ਲਈ ਮੁਆਬ ਦੀ ਧਰਤੀ ਤੇ ਬੰਨਣ ਦਾ ਹੁਕਮ ਦਿੱਤਾ ਸੀ। ਇਹ ਨੇਮ ਉਸ ਨੇਮ ਤੋਂ ਵੱਖਰਾ ਸੀ ਜੋ ਉਸਨੇ ਹੋਰੇਬ ਦੇ ਪਹਾੜ ਤੇ ਬੰਨਿਆ ਸੀ। ਤਦ ਮੂਸਾ ਨੇ ਸਾਰੇ ਇਜ਼ਰਾਈਲ ਦੇ ਲੋਕਾਂ ਨੂੰ ਸੱਦ ਕੇ ਇਸ ਤਰ੍ਹਾਂ ਕਿਹਾ, ਤੁਸੀਂ ਆਪਣੀਆਂ ਅੱਖਾਂ ਨਾਲ ਉਹ ਸਭ ਦੇਖ ਚੁੱਕੇ ਹੋ ਕਿ ਪ੍ਰਭੂ ਨੇ ਮਿਸਰ ਦੇ ਰਾਜੇ, ਲੋਕਾਂ ਤੇ ਧਰਤੀ ਨਾਲ ਕੀ ਕੀਤਾ ਸੀ। ਤੁਸੀਂ ਉਹ ਵੱਡੇ ਪਰਤਾਵੇ, ਚਿੰਨ ਅਤੇ ਅਦਭੁਤ ਕੰਮ ਦੇਖ ਚੁੱਕੇ ਹੋ ਜੋ ਉਸਨੇ ਉੱਥੇ ਕੀਤੇ ਸਨ। ਪਰ ਪ੍ਰਭੂ ਨੇ ਅੱਜ ਦੇ ਦਿਨ ਤੱਕ ਤੁਹਾਨੂੰ ਨਾ ਸਮਝਣ ਵਾਲੇ ਮਨ, ਨਾ ਦੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਦਿੱਤੇ ਹਨ। ਮੈਂ ਤੁਹਾਡੀ ਉਜਾੜ ਵਿੱਚ 40 ਸਾਲਾਂ ਤੱਕ ਅਗਵਾਈ ਕੀਤੀ ਸੀ, ਪਰ ਇਸ ਸਾਰੇ ਸਮੇਂ ਵਿੱਚ ਨਾ ਹੀ ਤੁਹਾਡੇ ਕੱਪੜੇ ਪੁਰਾਣੇ ਹੋ ਕੇ ਪਾਟੇ ਅਤੇ ਨਾ ਹੀ ਤੁਹਾਡੀਆਂ ਜੁੱਤੀਆਂ ਦੇ ਤਲੇ ਟੁੱਟੇ। ਤੁਸੀਂ ਨਾ ਤਾਂ ਰੋਟੀ ਖਾਧੀ, ਨਾ ਦਾਖਸਾਰ ਪੀਤਾ, ਨਾ ਸ਼ਰਾਬ ਪੀਤੀ, ਕਿ ਤੁਸੀਂ ਜਾਣ ਸਕੋ ਕਿ ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ। ਜਦੋਂ ਤੁਸੀਂ ਇਸ ਥਾਂ ਤੇ ਆਏ ਤਾਂ ਹਸ਼ਬੋਨ ਦਾ ਰਾਜਾ ਓਗ ਸਾਡੇ ਵਿਰੁੱਧ ਲੜਨ ਦੇ ਲਈ ਆਏ, ਪਰ ਅਸੀਂ ਉਹਨਾਂ ਨੂੰ ਹਰਾ ਕੇ ਮਾਰ ਦਿੱਤਾ। ਤਦ ਅਸੀਂ ਉਹਨਾਂ ਦੀ ਧਰਤੀ ਲੈ ਕੇ ਰਊਬੇਨ ਦੇ ਕਬੀਲੇ, ਗਾਦ ਦੇ ਕਬੀਲੇ ਅਤੇ ਮਨਸ਼ਾ ਦੇ ਅੱਧੇ ਕਬੀਲੇ ਨੂੰ ਦੇ ਦਿੱਤੀ। ਇਸ ਲਈ ਤੁਸੀਂ ਇਸ ਨੇਮ ਦੀਆਂ ਸਭ ਗੱਲਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ ਕਿ ਤੁਹਾਡਾ ਹਰ ਕੰਮ ਵਧੇ ਫੁੱਲੇ। ਅੱਜ ਤੁਸੀਂ ਸਾਰੇ ਪ੍ਰਭੂ ਆਪਣੇ ਪਰਮੇਸ਼ਵਰ ਦੇ ਸਾਹਮਣੇ ਖੜੇ ਹੋ। ਤੁਹਾਡੇ ਆਗੂਆਂ, ਤੁਹਾਡੇ ਕਬੀਲਿਆਂ ਦੇ ਸਭ ਲੋਕ, ਤੁਹਾਡੇ ਬਜ਼ੁਰਗ ਅਫਸਰ, ਗੱਲ ਕੀ ਤੁਹਾਡੇ ਸਭ ਆਦਮੀ, ਤੁਹਾਡੇ ਬੱਚੇ, ਤੁਹਾਡੀਆਂ ਪਤਨੀਆਂ ਅਤੇ ਉਹ ਸਭ ਪਰਦੇਸੀ ਜੋ ਤੁਹਾਡਾ ਲੱਕੜੀ ਕੱਟਣ ਜਾਂ ਪਾਣੀ ਭਰਨ ਦਾ ਕੰਮ ਕਰਦੇ ਹਨ। ਤੁਸੀਂ ਸਾਰੇ ਅੱਜ ਇਸ ਲਈ ਇੱਥੇ ਇਕੱਠੇ ਹੋਏ ਕਿ ਉਸ ਨੇਮ ਵਿੱਚ ਸ਼ਾਮਲ ਹੋਵੋ ਜੋ ਪ੍ਰਭੂ ਤੁਹਾਡਾ ਪਰਮੇਸ਼ਵਰ ਆਪਣੀ ਚੁੱਕੀ ਸਹੁੰ ਅਨੁਸਾਰ ਤੁਹਾਡੇ ਨਾਲ ਬੰਨ ਰਿਹਾ ਹੈ। ਉਹ ਇਹ ਇਸ ਲਈ ਕਰ ਰਿਹਾ ਹੈ ਕਿ ਉਹ ਆਪਣੇ ਤੁਹਾਡੇ ਨਾਲ ਪ੍ਰਤਿਗਿਆ ਅਤੇ ਤੁਹਾਡੇ ਪੁਰਖਿਆਂ ਅਬਰਾਹਮ, ਇਜ਼ਹਾਕ ਅਤੇ ਯਾਕੂਬ ਨਾਲ ਸਹੁੰ ਅਨੁਸਾਰ ਤੁਹਾਡੇ ਆਪਣੇ ਲੋਕ ਬਣਾਏ ਅਤੇ ਉਹ ਤੁਹਾਡਾ ਪਰਮੇਸ਼ਵਰ ਠਹਿਰੇ। ਇਹ ਕੇਵਲ ਤੁਸੀਂ ਹੀ ਨਹੀਂ ਜਿਨ੍ਹਾਂ ਨਾਲ ਆਪਣੀ ਚੁੱਕੀ ਸਹੁੰ ਅਨੁਸਾਰ ਨੇਮ ਬਣ ਰਿਹਾ ਹੈ, ਸਗੋਂ ਉਹਨਾਂ ਸਭ ਨਾਲ ਵੀ ਜੋ ਅੱਜ ਇੱਥੇ ਪ੍ਰਭੂ ਸਾਡੇ ਪਰਮੇਸ਼ਵਰ ਦੇ ਸਾਹਮਣੇ ਖੜੇ ਹਨ ਅਤੇ ਉਹਨਾਂ ਨਾਲ ਵੀ ਜੋ ਅੱਜ ਇੱਥੇ ਪ੍ਰਭੂ ਸਾਡੇ ਪਰਮੇਸ਼ਵਰ ਦੇ ਸਾਹਮਣੇ ਖੜੇ ਨਹੀਂ ਹਨ, ਅਰਥਾਤ ਸਾਡੀ ਅੱਗੇ ਆਉਣ ਵਾਲੀ ਸੰਤਾਨ ਨਾਲ ਵੀ। ਸਾਰੀ ਚੀਜ਼ ਨੇ ਮੂਸਾ ਨੇ ਕੈਪ ਕਰਨੀ ਸ਼ੁਰੂ ਕਰ ਦਿੱਤੀ। ਸਾਰਾ ਨੇਮ ਉਹਨਾਂ ਨੂੰ ਦੇ ਦਿੱਤਾ ਗਿਆ ਔਰ ਜਿਹੜਾ ਨੇਮ ਉਹਨਾਂ ਨੂੰ ਹੈਰੋਬ ਦੇ ਪਹਾੜ ਦੇ ਉੱਤੇ ਦਿੱਤਾ ਸੀ ਉਸ ਦੇ ਵਿੱਚ ਜਿਹੜਾ ਜ਼ਿਆਦਾ ਹਿੱਸਾ ਸੀ ਉਸ ਦੇ ਵਿੱਚ ਜ਼ਿਆਦਾ ਹਿੱਸਾ ਬਲੀਆਂ ਦਾ ਹਿੱਸਾ ਸੀ ਔਰ ਉਹ ਜਿਹੜਾ ਉਹਨਾਂ ਨੇ ਪਵਿੱਤਰ ਤੰਬੂ ਬਣਾਉਣਾ ਸੀ ਉਹਦੇ ਵਿੱਚ ਜ਼ਿਆਦਾ ਹਿੱਸਾ ਉਹ ਸੀ। ਸੋ ਇਹ ਜਿਹੜਾ ਵਿਵਸਥਾ ਸਾਰਾ ਇਹ ਸੰਖੇਪ ਆ, ਇਹ ਛੋਟਾ ਕਰਕੇ ਇਹਨਾਂ ਨੂੰ ਦਿੱਤਾ ਗਿਆ ਤਾਂ ਕਿ ਇਹ ਉਹ ਹਿੱਸਾ ਦਿੱਤਾ ਗਿਆ ਤਾਂ ਕਿ ਇਹ ਉਸ ਨੂੰ ਪੜ੍ਹ ਸਕਣ। ਸੋ ਹੁਣ ਉਸਨੇ ਪ੍ਰਭੂ ਦੇ ਬਾਰੇ ਉਹਨਾਂ ਨੂੰ ਚੇਤਾ ਕਰਾਉਣਾ ਸ਼ੁਰੂ ਕੀਤਾ ਕਿ ਤੁਸੀਂ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਵਿੱਚ ਅੱਜ ਵੀ ਉਹ ਬੈਠੇ ਆ ਜਿਹੜੇ ਉਸ ਸਮੇਂ 20 ਸਾਲ ਦੀ ਉਮਰ ਤੋਂ ਛੋਟੇ ਸੀਗੇ, ਜਿਨ੍ਹਾਂ ਨੇ ਦੇਖਿਆ ਕਿ ਪ੍ਰਭੂ ਨੇ ਉੱਥੋਂ ਕਿੱਦਾਂ ਮਿਸਰ ਦੇ ਵਿੱਚੋਂ ਤੁਹਾਨੂੰ ਕੱਢ ਕੇ ਲੈ ਕੇ ਆਇਆ। ਪ੍ਰਭੂ ਨੇ ਕਿਸ ਤਰ੍ਹਾਂ ਰਸਤੇ ਦੇ ਵਿੱਚ ਤੁਹਾਨੂੰ ਖਾਣ ਨੂੰ ਦਿੱਤਾ, ਤੁਹਾਨੂੰ ਪਾਣੀ ਪੀਣ ਨੂੰ ਦਿੱਤਾ, ਤੁਹਾਨੂੰ ਮਾਸ ਦਿੱਤਾ ਜਿਸ ਲਈ ਤੁਸੀਂ ਮਾਸ ਦੇ ਲਈ ਰੋਏ, ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ। ਪ੍ਰਭੂ ਨੇ ਤੁਹਾਡੇ ਲਈ ਮਹਾਨ ਕੰਮ ਕੀਤੇ। ਪ੍ਰਭੂ ਨੇ ਉਸ ਦੈਂਤ ਨੂੰ ਮਾਰਿਆ ਜਿਸ ਦਾ ਮੰਜਾ 2 ਮੀਟਰ ਚੌੜਾ ਤੇ ਜਿਸ ਦਾ 4 ਮੀਟਰ ਲੰਬਾ ਸੀ। ਉਸਨੂੰ ਉਹ ਜਿਹੜਾ ਦੈਂਤ ਸੀਗਾ ਪ੍ਰਭੂ ਨੇ ਉਸ ਨੂੰ ਮਾਰਿਆ ਔਰ ਉਸ ਦੀ ਧਰਤੀ ਸਾਨੂੰ ਦਿੱਤੀ। ਮੁਆਬ ਦੀ ਧਰਤੀ ਜਿਹੜੀ ਸੀਗੀ ਉਹ ਪ੍ਰਭੂ ਨੇ ਦਿੱਤੀ ਔਰ ਅਸੀਂ ਉਸ ਧਰਤੀ ਦੇ ਉੱਤੇ 2.5 ਕਬੀਲੇ ਵਸਾ ਵੀ ਦਿੱਤੇ। ਪਰ ਹੁਣ ਤੁਸੀਂ ਜਾ ਰਹੇ ਆ ਅੱਗੇ ਜੋ ਪ੍ਰਭੂ ਤੁਹਾਨੂੰ ਜੋ ਉਸਨੇ ਤੁਹਾਡੇ ਪੁਰਖੇ ਦੇ ਨਾਲ ਨੇਮ ਬੰਨਿਆ ਸੀ, ਯਾਨੀ ਕਿ ਅਬਰਾਹਮ, ਇਜ਼ਹਾਕ ਤੇ ਯਾਕੂਬ ਦੇ ਨਾਲ ਜਿਹੜਾ ਨੇਮ ਬੰਨਿਆ ਸੀ, ਹੁਣ ਤੁਸੀਂ ਉਸ ਨੇਮ ਨੂੰ ਲੈ ਕੇ ਅੱਗੇ ਜਾ ਰਹੇ ਆ। ਪਰ ਯਾਦ ਰੱਖੋ ਉਹ ਨੇਮ ਸਿਰਫ ਉਹਨਾਂ ਦੇ ਨਾਲ ਨਹੀਂ ਸੀ, ਉਹ ਨੇਮ ਤੁਹਾਡੇ ਨਾਲ ਵੀ ਆ ਤੇ ਤੁਹਾਡੇ ਬੱਚਿਆਂ ਦੇ ਨਾਲ ਵੀ। ਕਹਿਣ ਦਾ ਕੀ ਮਤਲਬ, ਜਿਹੜਾ ਇਸ਼ਾਰਾ ਆ ਜਿਹੜਾ ਅਸੀਂ ਸ਼ੁਰੂ ਤੋਂ ਬਲੱਡ ਲਾਈਨ ਇੱਕ ਦੇਖਦੇ ਆ ਰਹੇ ਹਾਂ, ਪ੍ਰਭੂ ਯਿਸੂ ਮਸੀਹ ਦੀ ਇੱਕ ਲਾਈਨ ਦੇਖਦੇ ਆ ਰਹੇ ਹਾਂ ਜਿਹੜੀ ਬਲੱਡ ਲਾਈਨ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਪੈਦਾ ਹੋਣਾ।
ਸੋ ਅਸੀਂ ਉਹਨਾਂ ਪੁਰਖਿਆਂ ਨੂੰ ਵੀ ਨਾਲ ਨਾਲ ਦੇਖਦੇ ਆ ਰਹੇ ਹਾਂ, ਅਸੀਂ ਅਸੀਸਾਂ ਤੇ ਬਦਸੀਸਾਂ ਨੂੰ ਨਾਲ ਨਾਲ ਦੇਖਦੇ ਆ ਰਹੇ ਹਾਂ, ਔਰ ਪ੍ਰਭੂ ਦਾ ਨੇਮ ਕਿਸ ਤਰ੍ਹਾਂ ਪੂਰਾ ਹੁੰਦਾ ਉਸ ਨੂੰ ਦੇਖਦੇ ਆ ਰਹੇ। ਕੋਈ ਵੀ ਚੀਜ਼ ਹਾਲੇ ਤੱਕ ਕਿਸੇ ਵੱਖਰੇ ਤਰੀਕੇ ਦੇ ਨਾਲ ਪੂਰੀ ਨਹੀਂ ਹੋਈ, ਬਿਲਕੁਲ ਉਸੇ ਤਰ੍ਹਾਂ ਪੂਰੀ ਹਰੇਕ ਚੀਜ਼ ਹੋ ਰਹੀ ਹੈ ਜਿੱਦਾਂ ਪ੍ਰਭੂ ਕਹਿ ਰਿਹਾ। ਔਰ ਉਹਨਾਂ ਦੇ ਬਜ਼ੁਰਗਾਂ ਦੀਆਂ ਜਿਹੜੀਆਂ ਅਸੀਂ ਦੇਖਿਆ ਕਿ ਨੋਹਾ ਦੇ ਸਰਾਪ ਨੂੰ ਅਸੀਂ ਪੂਰਾ ਹੁੰਦਾ ਦੇਖਦੇ ਪਏ ਹਾਂ। ਉਸ ਤੋਂ ਬਾਅਦ ਜਿਹੜੇ ਅਸੀਂ ਰਸਤੇ ਦੇ ਵਿੱਚ ਜਿਹੜੇ ਬਾਕੀਆਂ ਨੇ ਜਿਹੜਾ ਸਰਾਪ ਦਿੱਤਾ, ਜਿਹੜਾ ਇਸਹਾਕ ਦਾ ਸਰਾਪ ਸੀਗਾ ਆਪਣੇ ਪੁੱਤਰ ਦੇ ਲਈ, ਈਸੋ ਦੇ ਲਈ, ਉਸ ਨੂੰ ਪੂਰਾ ਦੇਖਦੇ ਪਏ ਹਾਂ। ਜਿਹੜਾ ਇਸ਼ਮਾਇਲ ਦੇ ਲਈ ਸੀਗਾ ਉਸ ਨੂੰ ਅਸੀਂ ਅੱਜ ਤੱਕ ਪੂਰਾ ਹੁੰਦਾ ਦੇਖਦੇ ਪਏ, ਅੱਜ ਵੀ ਪੂਰਾ ਹੋ ਰਿਹਾ, ਅੱਜ ਵੀ ਉਹ ਚੱਲ ਰਿਹਾ। ਔਰ ਉਹ ਸਾਡੇ ਲਈ ਬੇਸਿਕਲੀ ਥਰਡ ਵਰਲਡ ਵਾਰ ਬਣਨੀ, ਕਿ ਅਸੀਂ ਜਿੱਦਾਂ ਸਾਰੀਆਂ ਚੀਜ਼ਾਂ ਹੁੰਦੀਆਂ ਦੇਖ ਰਹੇ ਹਾਂ, ਉਹ ਇਸ਼ਾਰਾ ਇੱਕੋ ਹੀ ਪਾਸੇ ਕਰਦੀਆਂ ਪਈਆਂ ਕਿ ਅਸੀਂ ਉਸ ਜੰਗ ਦੇ ਵੱਲ ਜਾ ਰਹੇ ਹਾਂ ਜਿੱਥੇ ਸਾਰਾ ਇਸ਼ਮਾਇਲ ਦਾ ਕਬੀਲਾ ਇੱਕ ਪਾਸੇ ਹੋਏਗਾ ਤੇ ਬਾਕੀ ਦੀ ਦੁਨੀਆ ਦੂਜੇ ਪਾਸੇ ਹੋਏਗੀ। ਉਹ ਸਾਰੀਆਂ ਚੀਜ਼ਾਂ ਬਣਦੀਆਂ ਪਈਆਂ। ਸੋ ਅਸੀਂ ਉੱਧਰ ਨੂੰ ਵੱਧਦੇ ਪਏ। ਅੰਤਮ ਜਿਹੜੀ ਲੜਾਈ ਆ ਉਹ ਫਿਰ ਉਹ ਹੀ ਇਸਹਾਕ ਦੇ ਦੋ ਪੁੱਤਰਾਂ ਦੇ ਵਿੱਚ ਹੋਣੀ ਹੈ। ਉਹ ਜਿਹੜੀ ਅਬਰਾਹਮ ਦੇ ਦੋ ਪੁੱਤਰਾਂ ਦੇ ਵਿੱਚ ਹੋਣੀ, ਹੇਗਾਰ ਦੇ ਪੁੱਤਰ ਦੇ ਵਿੱਚ ਜਿਹੜਾ ਹੈਗੇ ਉਹ ਇੱਕ ਪਾਸੇ ਹੋਣੇ, ਔਰ ਕਟੂਰਾ ਦੇ ਤੇ ਉਸ ਤੋਂ ਬਾਅਦ ਸਾਰਾ ਦੇ ਪੁੱਤਰ ਦੂਜੇ ਪਾਸੇ ਹੋਣੇ। ਔਰ ਅਸੀਂ ਉਹ ਸਾਰਾ ਕੁਝ ਬਣਦਾ ਦੇਖਦੇ ਪਏ ਹਾਂ ਇਹਨਾਂ ਦਿਨਾਂ ਦੇ ਵਿੱਚ। ਸੋ ਟੂ ਮੇਕ ਇਟ ਸ਼ੋਰਟ, ਪ੍ਰਭੂ ਕੀ ਕਹਿ ਰਿਹਾ ਕਿ ਮੈਂ ਤੁਹਾਨੂੰ ਉੱਥੋਂ ਕੱਢ ਕੇ ਲੈ ਕੇ ਆਇਆ, ਔਰ ਇਹ ਹੁਣ ਤੁਸੀਂ ਜਾਣ ਰੱਖੋ ਕਿ ਪ੍ਰਭੂ ਨੇ ਨੇਮ ਸਿਰਫ ਉਹਨਾਂ ਦੇ ਨਾਲ ਨਹੀਂ ਸੀ ਬੰਨਿਆ, ਉਹ ਨੇਮ ਅੱਜ ਤੁਹਾਡੇ ਨਾਲ ਬਣਦਾ ਪਿਆ, ਤੇ ਕੱਲ ਆਉਣ ਵਾਲੇ ਕੱਲ ਦਾ ਨੇਮ ਤੁਹਾਡੀਆਂ ਸੰਤਾਨਾਂ ਦੇ ਨਾਲ। ਸੋ ਪ੍ਰਭੂ ਦੇ ਨੇਮ ਜਿਹੜੇ ਆ ਅਸੀਂ ਦੇਖਦੇ ਪਏ ਆ ਕਿ ਦੋ ਨੇਮ ਚੱਲਦੇ ਪਏ ਆ ਨਾਲ ਨਾਲ, ਜਿਹੜੇ ਚੱਲਦੇ ਪਏ ਦੋ ਨੇਮ ਚੱਲਦੇ ਪਏ ਆ। ਦੂਸਰਾ ਜਿਹੜਾ ਨੇਮ ਸੀ ਉਹ ਪਹਿਲਾਂ ਦਿੱਤਾ ਗਿਆ, ਔਰ ਪਹਿਲਾ ਨੇਮ ਜਿਹੜਾ ਆ ਉਹ ਬਾਅਦ ਚ ਦਿੱਤਾ। ਦੂਸਰਾ ਜਿਹੜਾ ਨੇਮ ਸੀਗਾ ਜਿਹੜਾ ਸੰਪੂਰਨ ਹੋਣਾ, ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਾ ਕੇ ਪੂਰਾ ਹੋਣਾ। ਪਹਿਲਾ ਨੇਮ ਜਿਹੜਾ ਪੂਰਾ ਹੋਣਾ ਉਹ ਅਸੀਂ ਅਗਲੇ ਜਿੱਧਰ ਨੂੰ ਜਾ ਰਹੇ ਹਾਂ ਹੁਣ ਅਗਲੀ ਪੁਸਤਕ ਦੇ ਵਿੱਚ ਉਹ ਪਹਿਲਾ ਨੇਮ ਜਿਹੜਾ ਉਹ ਪੂਰਾ ਹੋਣਾ। ਸੋ ਉਸਨੇ ਕਿਹਾ ਕਿ ਤੁਹਾਡੀ ਸੰਤਾਨ ਦੇ ਨਾਲ ਵੀ ਪ੍ਰਭੂ ਨੇ ਜਿਹੜਾ ਨੇਮ ਬੰਨਿਆ ਉਸ ਨੂੰ ਵੀ ਉਹ ਪੂਰਾ ਕਰੇਗਾ। ਉਹ ਜਿਹੜਾ ਨੇਮ ਆ ਉਹ ਵੀ ਉਸ ਨੂੰ ਪੂਰਾ ਕਰੇਗਾ। ਧਰਤੀ ਦਾ ਨੇਮ ਤਾਂ ਜਿਹੜਾ ਸੀਗਾ ਉਹ ਇਹਨਾਂ ਦੇ ਨਾਲ ਪੂਰਾ ਹੋ ਜਾਣਾ, ਲੇਕਿਨ ਪੁੱਤਰ ਦਾ ਨੇਮ ਜਿਹੜਾ ਹੈ ਉਹ ਅੱਗੇ ਜਾ ਕੇ ਪੂਰਾ ਹੋਣਾ। ਸੋ ਇਸ ਕਰਕੇ ਉਹ ਕਹਿ ਰਿਹਾ, ਸੋ ਇਸ ਚੀਜ਼ ਤੋਂ ਕਨਫਿਊਜ਼ ਨਾ ਹੋਵੋ ਕਿ ਉਹਨਾਂ ਦੀਆਂ ਸੰਤਾਨਾਂ ਦੇ ਨਾਲ ਫਿਰ ਕਿਹੜਾ ਨੇਮ ਬੰਨਿਆ, ਉਹਨਾਂ ਤੋਂ ਧਰਤੀ ਮਿਲ ਗਈ ਹੈ, ਕਿਹੜਾ ਨੇਮ ਰਹਿ ਗਿਆ, ਦੂਸਰਾ ਨੇਮ ਰਹਿ ਗਿਆ, ਉਹ ਨੇਮ ਪੂਰਾ ਹੋਏਗਾ। ਸੋ ਆਓ 16 ਆਇਤ ਤੋਂ ਲੈ ਕੇ ਅਸੀਂ ਹੁਣ ਇਸ ਨੂੰ ਇਹਦੀ 29 ਆਇਤ ਤੱਕ ਪੜ੍ਹ ਦਿੰਦੇ ਹਾਂ। ਅਸੀਂ ਮੈਂ ਪੜ੍ਹ ਦਿੰਦੀ ਹਾਂ। ਮੇਰੀ ਭੈਣ, ਤੁਸੀਂ ਸਭ ਜਾਣਦੇ ਹੋ ਕਿ ਅਸੀਂ ਕਿਸ ਤਰ੍ਹਾਂ ਮਿਸਰ ਦੇਸ਼ ਵਿੱਚ ਰਹਿੰਦੇ ਸਾਂ ਅਤੇ ਕਿਸ ਤਰ੍ਹਾਂ ਅਸੀਂ ਦੂਜੀਆਂ ਕੌਮਾਂ ਦੇ ਵਿੱਚੋਂ ਦੀ ਲੰਘ ਕੇ ਆਏ ਸਾਂ। ਤੁਸੀਂ ਉਹਨਾਂ ਦੀਆਂ ਸਭ ਘਿਣਾਉਣੀਆਂ ਚੀਜ਼ਾਂ ਅਰਥਾਤ ਉਹਨਾਂ ਦੇ ਵਿਚਕਾਰ ਉਹਨਾਂ ਦੇ ਸਭ ਲੱਕੜੀ, ਪੱਥਰ, ਚਾਂਦੀ ਅਤੇ ਸੋਨੇ ਦੇ ਬਣੇ ਹੋਏ ਦੇਵੀ ਦੇਵਤਿਆਂ ਨੂੰ ਵੇਖਿਆ। ਤੁਸੀਂ ਧਿਆਨ ਰੱਖਣਾ ਕਿ ਤੁਹਾਡੇ ਵਿਚਕਾਰ ਤੁਹਾਡਾ ਕੋਈ ਆਦਮੀ ਜਾਂ ਔਰਤ ਜਾਂ ਟੱਬਰ ਜਾਂ ਕਬੀਲਾ ਪ੍ਰਭੂ ਸਾਡੇ ਪਰਮੇਸ਼ਰ ਵੱਲੋਂ ਮੂੰਹ ਮੋੜ ਕੇ ਦੂਜੀਆਂ ਕੌਮਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਨਾ ਕਰਨ ਲੱਗ ਪੈਣ। ਇਹ ਕਾਰਨ ਤੇ ਹੋ ਸਕਦਾ ਹੈ ਕਿ ਤੁਹਾਡੇ ਵਿੱਚ ਕੋਈ ਕੌੜੀ ਜ਼ਹਿਰ ਦੀ ਜੜ ਫਲ ਜਾਵੇ। ਜੇਕਰ ਕੋਈ ਮਨੁੱਖ ਇਸ ਪ੍ਰਤਿਗਿਆ ਕੀਤੇ ਨੇਮ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਬਾਰੇ ਇਸ ਤਰ੍ਹਾਂ ਕਹੇ, ਮੇਰਾ ਹਠੀ ਹੋਣ ਨਾਲ ਵੀ ਕੁਝ ਨਹੀਂ ਵਿਗੜੇਗਾ, ਉਸ ਦੀ ਇਹ ਸੋਚ ਉਸ ਦੇ ਸਰਵਨਾਸ਼ ਦਾ ਕਾਰਨ ਬਣੇਗੀ। ਪ੍ਰਭੂ ਇਹੋ ਜਿਹੇ ਆਦਮੀ ਨੂੰ ਕਦੀ ਮਾਫ ਨਹੀਂ ਕਰੇਗਾ, ਸਗੋਂ ਪ੍ਰਭੂ ਦੀ ਅਣਖ ਅਤੇ ਗੁੱਸਾ ਉਸ ਆਦਮੀ ਦੇ ਵਿਰੁੱਧ ਭੜਕੇਗਾ। ਤਾਂ ਇਸ ਪੁਸਤਕ ਵਿੱਚ ਬਿਆਨ ਕੀਤੇ ਸਰਾਪ ਉਸ ਉੱਤੇ ਆਉਣਗੇ ਅਤੇ ਪ੍ਰਭੂ ਉਸ ਦਾ ਨਾਂ ਇਸ ਧਰਤੀ ਤੋਂ ਮਿਟਾ ਦੇਵੇਗਾ। ਪ੍ਰਭੂ ਉਸ ਨੂੰ ਇਜ਼ਰਾਈਲ ਦੇ ਸਭ ਕਬੀਲਿਆਂ ਦੇ ਲੋਕਾਂ ਵਿੱਚੋਂ ਵੱਖਰਾ ਕਰੇਗਾ ਤੇ ਉਸ ਤੇ ਵਿਵਸਥਾ ਦੀ ਪੁਸਤਕ ਵਿੱਚ ਲਿਖੇ ਨੇਮ ਦੇ ਸਰਾਪਾਂ ਅਨੁਸਾਰ ਵਿਪਤਾ ਘੱਲੇਗਾ। ਤਦ ਅਗਲੀਆਂ ਪੀੜ੍ਹੀਆਂ ਤੁਹਾਡੀ ਸੰਤਾਨ ਜੋ ਤੁਹਾਡੇ ਪਿੱਛੋਂ ਆਵੇਗੀ ਅਤੇ ਦੂਰ
ਦੇਸ਼ਾਂ ਤੋਂ ਆਏ ਪਰਦੇਸੀ, ਜਦੋਂ ਉਹ ਤੁਹਾਡੀ ਧਰਤੀ ਤੇ ਪ੍ਰਭੂ ਦੁਆਰਾ ਲਿਆਂਦੀਆਂ ਵਿਪਤਾਵਾਂ ਤੇ ਬਿਮਾਰੀਆਂ ਨੂੰ ਦੇਖਣਗੇ, ਜਿਨ੍ਹਾਂ ਕਾਰਨ ਤੁਹਾਡੀ ਧਰਤੀ ਤੇ ਦੁੱਖ ਆਏ, ਉਹ ਦੇਖਣਗੇ ਕਿ ਕਿਸ ਤਰ੍ਹਾਂ ਸਾਰੀ ਧਰਤੀ ਗੰਧਕ ਅਤੇ ਲੂਣ ਹੋ ਗਈ, ਅਰਥਾਤ ਸਾਰੀ ਕਲਰ ਨਾਲ ਭਰ ਗਈ। ਸੋ ਉਸ ਵਿੱਚ ਨਾ ਹੀ ਕੁਝ ਬੀਜਿਆ ਜਾ ਸਕਦਾ ਹੈ ਜੋ ਉਗ ਸਕੇ। ਉਸ ਦਾ ਹਾਲ ਠੀਕ ਸਦੂਮ, ਅਮੁਰਾ, ਅਦਮਾ ਅਤੇ ਸਬੋਈਮ ਵਰਗਾ ਹੋਇਆ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਗੁੱਸੇ ਅਤੇ ਕ੍ਰੋਧ ਨਾਲ ਨਾਸ਼ ਕਰ ਦਿੱਤਾ ਸੀ। ਇੱਥੋਂ ਤੱਕ ਕਿ ਸਭ ਕੌਮਾਂ ਕਹਿ ਉੱਠਣਗੀਆਂ, ਪ੍ਰਭੂ ਨੇ ਇਸ ਧਰਤੀ ਨਾਲ ਇਸ ਤਰ੍ਹਾਂ ਕਿਉਂ ਕੀਤਾ? ਉਸ ਦੇ ਭਿਅੰਕਰ ਕ੍ਰੋਧ ਦਾ ਕੀ ਅਰਥ ਹੈ? ਲੋਕ ਆਪ ਇਹਨਾਂ ਪ੍ਰਸ਼ਨਾਂ ਦਾ ਉੱਤਰ ਇਸ ਤਰ੍ਹਾਂ ਦੇਣਗੇ, ਕਿਉਂਕਿ ਇਹਨਾਂ ਨੇ ਪ੍ਰਭੂ ਆਪਣੇ ਪੁਰਖਿਆਂ ਦੇ ਪਰਮੇਸ਼ਰ ਦਾ ਨੇਮ ਤੋੜਿਆ ਹੈ, ਜੋ ਉਸ ਸਮੇਂ ਉਹਨਾਂ ਨਾਲ ਬੰਨਿਆ ਸੀ, ਜਦੋਂ ਉਹ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਸੀ। ਉਹ ਪ੍ਰਭੂ ਤੋਂ ਦੂਰ ਹੋ ਕੇ ਉਹਨਾਂ ਦੇਵਤਿਆਂ ਦੇ ਪਿੱਛੇ ਲੱਗੇ ਅਤੇ ਪੂਜਾ ਕੀਤੀ ਹੈ, ਜਿਨ੍ਹਾਂ ਨੂੰ ਉਹ ਨਾ ਤਾਂ ਜਾਣਦੇ ਹਨ ਅਤੇ ਜਿਨ੍ਹਾਂ ਵੱਲੋਂ ਪ੍ਰਭੂ ਨੇ ਉਹਨਾਂ ਨੂੰ ਮਨਾ ਕੀਤਾ ਸੀ। ਇਸ ਲਈ ਇਸ ਧਰਤੀ ਤੇ ਪ੍ਰਭੂ ਦਾ ਕ੍ਰੋਧ ਭੜਕਿਆ ਹੈ ਅਤੇ ਇਸ ਪੁਸਤਕ ਵਿੱਚ ਲਿਖੇ ਸਭ ਸਰਾਪ ਇਸ ਤੇ ਆਏ ਹਨ। ਇਸੇ ਲਈ ਪ੍ਰਭੂ ਨੇ ਆਪਣੇ ਗੁੱਸੇ ਦੀ ਭੜਕੀ ਅੱਗ ਕਾਰਨ ਉਹਨਾਂ ਨੂੰ ਉਹਨਾਂ ਦੀ ਧਰਤੀ ਤੋਂ ਉਖਾੜ ਕੇ ਦੂਜੀ ਧਰਤੀ ਤੇ ਗੁਲਾਮੀ ਦੀ ਹਾਲਤ ਵਿੱਚ ਸੁੱਟ ਦਿੱਤਾ ਹੈ, ਜਿੱਥੇ ਉਹ ਅੱਜ ਹਨ। ਸਭ ਗੁਪਤ ਗੱਲਾਂ ਪ੍ਰਭੂ ਸਾਡੇ ਪਰਮੇਸ਼ਰ ਤੱਕ ਹੀ ਸੀਮਤ ਹਨ, ਪਰ ਜੋ ਗੱਲਾਂ ਉਸਨੇ ਸਾਡੇ ਤੇ ਪ੍ਰਗਟ ਕੀਤੀਆਂ ਹਨ, ਉਹ ਸਾਡੇ ਕੋਲ ਹਨ ਕਿ ਅਸੀਂ ਇਸ ਵਿਵਸਥਾ ਦੀਆਂ ਸਭ ਗੱਲਾਂ ਦੀ ਪਾਲਣਾ ਕਰੀਏ। ਆਮੀਨ। ਤਾਂ ਹੁਣ ਇਸ ਦੇ ਵਿੱਚ ਜਿਹੜੀ ਮੇਨ ਚੀਜ਼ ਆਈ ਹੈਗੀ ਆ, ਉਹ 16ਵੀਂ ਤੇ 17ਵੀਂ ਆਇਤ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ, ਉਸਨੇ ਉਹਨਾਂ ਨੂੰ ਦੱਸਿਆ ਕਿ ਪ੍ਰਭੂ ਤੁਹਾਨੂੰ ਰਸਤੇ ਦੇ ਵਿੱਚ ਤੁਸੀਂ ਇੰਨੀਆਂ ਕੌਮਾਂ ਦੇ ਵਿੱਚ ਵੀ ਲੰਘੇ ਆ, ਜਿੱਥੋਂ ਆਏ ਆ ਉਹ ਵੀ ਘਿਨਾਉਣੀਆਂ ਤਸਵੀਰਾਂ ਦੀ, ਔਰ ਉਹਨਾਂ ਦੇ ਵੀ ਜਿਹੜੇ ਦੇਵੀ ਦੇਵਤੇ ਸੀਗੇ, ਅੱਧੇ ਪਸ਼ੂ ਤੇ ਜਾਂ ਉਹਨਾਂ ਦਾ ਧੜ ਜਿਹੜਾ ਸੀਗਾ ਉਹ ਜਾਨਵਰ ਦਾ, ਜਾਂ ਸਿਰ ਜਾਨਵਰ ਦਾ ਸੀਗਾ, ਵੀ ਜਿਹੜਾ ਬੰਦੇ ਦਾ ਜਿਹੜਾ ਸਿਰ ਆ, ਧੜ ਜਾਨਵਰ ਦਾ, ਜਾਂ ਉਹਨਾਂ ਦਾ ਜਿਹੜਾ ਹੈਗਾ ਆ ਧੜ ਆ ਉਹ ਬੰਦੇ ਦਾ ਤੇ ਸਿਰ ਜਾਨਵਰ ਦਾ। ਉਹ ਉਦਾਂ ਦੀਆਂ ਘਿਨਾਉਣੀਆਂ ਤਸਵੀਰਾਂ ਦੀ ਜਿਹੜੀ ਉੱਥੇ ਮੂਰਤੀਆਂ ਦੀ ਪੂਜਾ ਕਰਦੇ ਸੀ, ਤੁਸੀਂ ਉੱਥੇ ਆਏ ਆ। ਰਸਤੇ ਦੇ ਵਿੱਚ ਤੁਸੀਂ ਦੇਖਦੇ ਆਏਗਾ ਕਿਸ ਤਰ੍ਹਾਂ ਦੇ ਲੋਕ ਕਿਸ ਤਰ੍ਹਾਂ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਪਏ ਆ। ਲੇਕਿਨ ਤੁਸੀਂ ਇੱਕ ਚੀਜ਼ ਦੇਖੀ ਕਿ ਤੁਹਾਡਾ ਜਿਉਂਦਾ ਪਰਮੇਸ਼ਰ ਤੁਹਾਨੂੰ ਉਹਨਾਂ ਕੌਮਾਂ ਦੇ ਵਿੱਚੋਂ ਦੀ ਜਿੱਤ ਦਿੰਦਾ ਇੱਥੇ ਤੱਕ ਲੈ ਕੇ ਆਏ। ਉਹਨਾਂ ਚੋਂ ਹਰ ਇੱਕ ਨੂੰ ਜਾਂ ਝੁਕਣਾ ਪਿਆ ਜਾਂ ਟੁੱਟਣਾ ਪਿਆ, ਜਾਂ ਉਹਨਾਂ ਨੂੰ ਝੁਕਣਾ ਪਿਆ ਜਾਂ ਉਹਨਾਂ ਨੂੰ ਟੁੱਟਣਾ ਪਿਆ, ਔਰ ਇੱਥੇ ਤੱਕ ਤੁਹਾਨੂੰ ਉਹ ਲੈ ਕੇ ਆ ਗਿਆ। ਸੋ ਹੁਣ ਤੁਸੀਂ ਚੇਤੇ ਰੱਖਿਓ ਕਿ ਤੁਸੀਂ ਉਹਨਾਂ ਦੇ ਵਿੱਚ ਨਹੀਂ ਜਾਣਾ। ਔਰ ਜਿਹੜੀ ਦੂਸਰੀ ਗੱਲ ਹੈ ਉਹ ਹੈ ਕੌੜੀ ਜੜ ਦੀ। ਕੌੜੀ ਜੜ ਅਸੀਂ ਹਰੇਕ ਜਗ੍ਹਾ ਤੇ ਦੇਖੀ ਹੈ। ਕੌੜੀ ਜੜ ਅਸੀਂ ਪਿੱਛੇ ਦੇਖ ਕੇ ਆਏ ਹਾਂ, ਜਿਹੜੇ ਕਹਿੰਦੇ ਸੀ ਕਿ ਅਸੀਂ ਇੱਕ ਨਵਾਂ ਲੀਡਰ ਬਣਾਉਣਾ, ਅਸੀਂ ਉਹਦੇ ਅਨੁਸਾਰ ਚੱਲਣਾ, ਸਾਨੂੰ ਬੱਚਾ ਬਣਾ ਕੇ ਦੇ, ਅਸੀਂ ਉਸਦੀ ਪੂਜਾ ਕਰਨੀ ਆ, ਔਰ ਉੱਥੋਂ ਲੈ ਕੇ ਹੁਣ ਤੱਕ ਕੌੜੀਆਂ ਜੜ੍ਹਾਂ ਇਹਨਾਂ ਦੇ ਵਿੱਚ ਰਹੀਆਂ, ਔਰ ਪ੍ਰਭੂ ਨੇ ਉਹਨਾਂ ਕੌੜੀਆਂ ਜੜ੍ਹਾਂ ਨੂੰ ਨਾਸ਼ ਕਰਦਾ ਆ ਗਿਆ ਤਾਂ ਕਿ ਬਾਕੀਆਂ ਦਾ ਬਚਾਅ ਹੋ ਸਕੇ। ਸੋ ਕੈਂਸਰ ਨੂੰ ਉਹਨਾਂ ਦੇ ਵਿੱਚੋਂ ਸਾਫ਼ ਕਰਦਾ ਆ ਗਿਆ। ਪਰ ਪ੍ਰਭੂ ਨੇ ਉਹਨਾਂ ਨੂੰ ਇਹ ਚੀਜ਼ ਕਹਿ ਦਿੱਤੀ ਹੈ ਕਿ ਇਹ ਨਾ ਸਮਝਿਓ ਕਿ ਤੁਸੀਂ ਬਹੁਤ ਚੰਗੇ, ਤੁਹਾਡੇ ਵਿੱਚ ਹਾਲੇ ਵੀ ਤੁਸੀਂ ਹਠੀਆਂ ਔਰ ਹਠ ਧਰਮੀ, ਤੁਸੀਂ ਇਹ ਸਾਰੇ ਕੰਮ ਕਰਨੇ ਆ, ਔਰ ਇਹ ਨੇਮ ਤੁਹਾਨੂੰ ਇਸ ਕਰਕੇ ਦਿੱਤਾ ਗਿਆ ਲਿਖਤ ਦੇ ਵਿੱਚ ਕਿ ਤੁਸੀਂ ਏਦਾਂ ਦੇ ਕੰਮ ਨਾ ਕਰੋ, ਔਰ ਇਸ ਕਰ ਤਾਂ ਕਿ ਮੇਰੀ ਬਰਕਤ ਤੁਹਾਡੇ ਉੱਤੇ ਬਣੀ ਰਹੇ। ਤੁਸੀਂ ਕਿਸੇ ਤਰ੍ਹਾਂ ਦੀ ਘਿਨਾਉਣੀ ਪੂਜਾ ਦੇ ਵਿੱਚ ਆਪਣੇ ਆਪ ਨੂੰ ਨਹੀਂ ਪਾਉਣਾ। ਮੈਂ ਜਿਉਂਦਾ ਪ੍ਰਭੂ ਹਾਂ, ਮੈਂ ਆਤਮਾ ਹਾਂ, ਮੇਰੀ ਆਵਾਜ਼ ਤੁਸੀਂ ਸੁਣਦੇ ਆ। ਤੁਸੀਂ ਆਪਣੇ ਕੰਨ ਬੰਦ ਕਰ ਲੈਂਦੇ ਆ, ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਤਾਂ ਕਿ ਤੁਸੀਂ ਨਾ ਦੇਖ ਸਕੋ ਨਾ ਸੁਣ ਸਕੋ। ਹੁਣ ਜਿਸ ਲਈ ਕੌੜੀ ਜੜ ਦੀ ਗੱਲ ਆਉਂਦੀ ਹੈ ਤਾਂ ਅਸੀਂ ਪਿੱਛੋਂ ਕੌੜੀ ਜੜ ਦੇਖਦੇ ਆ ਰਹੇ ਹਾਂ। ਕੌੜੀ ਜੜ ਅਸੀਂ ਈਵਨ ਅਬਰਾਹਮ ਦੀ ਸੰਤਾਨ ਦੇ ਵਿੱਚ ਦੇਖੀ, ਇਸ਼ਮਾਇਲ ਦੇ ਵਿੱਚ ਉਹ ਕੌੜੀ ਜੜ ਸੀ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਅੱਗੇ ਜਾ ਕੇ ਅਸੀਂ ਦੇਖਿਆ ਕਿ ਇਸਹਾਕ ਦੇ 2 ਪੁੱਤਰ ਸੀ,
ਈਸੋ ਤੇ ਯਾਕੂਬ, ਉਸ ਦੇ ਵਿੱਚ ਅਸੀਂ ਪੌੜੀ ਜੜ ਨੂੰ ਈਸੋ ਨੂੰ ਦੇਖਿਆ। ਗਾਂ ਜਾ ਕੇ ਅਸੀਂ ਜਿਉਂ-ਜਿਉਂ ਅਸੀਂ ਅੱਗੇ ਤੁਰੇ ਜਾਣਾ, ਅਸੀਂ ਪੌੜੀਆਂ ਜੜਾਂ ਦੇਖਦੇ ਜਾਣਾ। ਈਵਨ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦੇ ਵਿੱਚ ਇੱਕ ਪੌੜੀ ਜੜ ਸੀ, ਯਹੂਦਾ ਇਸਕਰਿਓਤੀ, ਜੋ ਧਨ ਦੇ ਨਾਲ ਪਿਆਰ ਕਰਦਾ ਸੀ, ਕਿਉਂਕਿ ਧਨ ਦੀ ਥੈਲੀ ਉਸਦੇ ਕੋਲ ਰਹਿੰਦੀ ਸੀ ਔਰ ਉਸਦੇ ਵਿੱਚੋਂ ਚੋਰੀ ਕਰਦਾ ਸੀ। ਪਰ ਅਖੀਰ ਧਨ ਦੇ ਲਾਲਚ ਦੇ ਵਿੱਚ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਫੜਾਇਆ, ਪਰ ਉਸੇ ਧਨ ਦੇ ਨਾਲ ਫਿਰ ਉਸਨੇ ਰੱਸਾ ਖਰੀਦਿਆ, ਉਸਨੂੰ ਗਲ ਚ ਪਾਇਆ, ਤੇ ਕੌੜੀ ਜੜ ਅਸੀਂ ਹਰ ਜਗ੍ਹਾ ਤੇ ਦੇਖਦੇ। ਫਿਰ ਉਸ ਤੋਂ ਬਾਅਦ ਪੌਲੁਸ ਨੂੰ ਕਿੰਨਿਆਂ ਨੇ ਧੋਖਾ ਦਿੱਤਾ। ਠੀਕ, ਸੋ ਕੌੜੀ ਜੜ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ, ਔਰ ਕੌੜੀ ਜੜ ਲਗਾਤਾਰ ਸਾਡੇ ਵਿੱਚ ਹੁੰਦੀ ਆ। ਔਰ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ ਕਿ ਕੋਈ ਵੀ ਸਾਡਾ ਧਿਆਨ ਪ੍ਰਭੂ ਦੇ ਵੱਲੋਂ ਨਾ ਭਟਕਾਵੇ, ਪ੍ਰਭੂ ਦੇ ਵੱਲੋਂ ਨਾ ਭਟਕਾਵੇ। There is no quick fix. There is no quick fix in the world. ਕਿਉਂਕਿ ਜਿਹੜੇ ਸਾਡੇ ਦੁੱਖ ਹਨ, ਜਿਸ ਸਾਡੇ ਤੇ ਦੁੱਖ ਆਉਂਦੇ ਆ, ਉਹ ਦੁੱਖ ਸਾਨੂੰ ਬਣਾਉਂਦੇ ਆ। ਉਹ ਦੁੱਖ ਸਾਨੂੰ ਪ੍ਰਭੂ ਦੇ ਵਿੱਚ ਮਜ਼ਬੂਤ ਕਰਦੇ, ਉਹ ਦੁੱਖ ਸਾਨੂੰ ਪ੍ਰਭੂ ਦੇ ਵੱਲ ਨੂੰ ਦੇਖਣ ਦੇ ਲਈ ਮਜਬੂਰ ਕਰਦੇ ਆ। ਔਰ ਫਿਰ ਜਿੱਦਾਂ ਮਹਿੰਦੀ ਪੀ ਹੁੰਦੀ ਹੈ ਨਾ, ਤਾਂ ਫਿਰ ਉਹ ਰੰਗ ਲੈ ਕੇ ਆਉਂਦੀ ਹੈ, ਫਿਰ ਉਹ ਯਿਸੂ ਦਾ ਰੰਗ। ਔਰ ਫਿਰ ਅਸੀਂ ਆਪਣੇ ਆਪ ਚ ਮਜ਼ਬੂਤ ਨਹੀਂ ਹੁੰਦੇ, ਅਸੀਂ ਪ੍ਰਭੂ ਦੇ ਵਿੱਚ ਮਜ਼ਬੂਤ ਹੁੰਦੇ। ਸੋ ਦੈਟ ਇਜ਼ ਵਾਟ ਇਹ ਚੀਜ਼ ਪ੍ਰਭੂ ਉਹਨਾਂ ਨੂੰ ਕਹਿ ਰਿਹਾ। ਸੋ ਬਾਕੀ ਦੀਆਂ ਚੀਜ਼ਾਂ ਬੇਸਿਕਲੀ ਰੈਪੀਟੇਸ਼ਨ। ਸੋ ਆਓ ਤੀਵਾਂ ਭਾਗ ਦੇ ਵਿੱਚ ਅਸੀਂ ਆ ਗਏ ਹਾਂ, ਔਰ ਤੀਵੇਂ ਭਾਗ ਦੇ ਵਿੱਚ ਸਿਰਫ 20 ਆਇਤਾਂ ਆਪਾਂ ਸਾਰਾ ਚੈਪਟਰ ਪੜ੍ਹਾਂਗੇ। ਮੈਂ ਪੜ੍ਹਦਾ ਨਹੀਂ ਪਾਸਟਰ। ਅਸੀਂ ਪ੍ਰਾਪਤੀ ਅਤੇ ਬਹਾਲੀ ਦੀਆਂ ਸ਼ਰਤਾਂ। ਮੈਂ ਅੱਜ ਤੁਹਾਡੇ ਸਾਹਮਣੇ ਦੋਵੇਂ ਚੀਜ਼ਾਂ, ਅਸੀਸ ਅਤੇ ਸਰਾਪ ਰੱਖਿਆ ਹੈ। ਜਦੋਂ ਸਭ ਗੱਲਾਂ ਤੁਹਾਡੇ ਨਾਲ ਦੂਜੀਆਂ ਕੌਮਾਂ ਵਿੱਚ ਰਹਿੰਦੀਆਂ ਹੋਣ, ਜਿਨ੍ਹਾਂ ਵਿੱਚ ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਨੂੰ ਘੱਲੇਗਾ, ਤਾਂ ਤੁਸੀਂ ਇਹ ਯਾਦ ਕਰੋਗੇ। ਉਸ ਸਮੇਂ ਤੁਸੀਂ ਅਤੇ ਤੁਹਾਡੀ ਸੰਤਾਨ ਪ੍ਰਭੂ ਦੀ ਆਵਾਜ਼ ਸੁਣਨਾ ਅਤੇ ਆਪਣੇ ਪੂਰੇ ਦਿਲ ਅਤੇ ਜਾਨ ਨਾਲ ਉਸ ਦੀ ਪਾਲਣਾ ਕਰਨਾ। ਤਦ ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਤੇ ਦਇਆ ਕਰੇਗਾ ਅਤੇ ਪਹਿਲੇ ਵਾਂਗ ਚੰਗੇ ਦਿਨ ਲਿਆਵੇਗਾ। ਉਹ ਤੁਹਾਨੂੰ ਫਿਰ ਸਭ ਲੋਕਾਂ ਦੇ ਵਿੱਚੋਂ ਇਕੱਠਿਆਂ ਕਰੇਗਾ, ਜਿਨ੍ਹਾਂ ਵਿੱਚ ਉਸਨੇ ਤੁਹਾਨੂੰ ਖਿਲਾਰਿਆ ਸੀ। ਬੇਸ਼ੱਕ ਤੁਹਾਡੇ ਵਿੱਚੋਂ ਕੋਈ ਮਨੁੱਖ ਧਰਤੀ ਦੀਆਂ ਪਰਲੀਆਂ ਹੱਦਾਂ ਤੱਕ ਵੀ ਕਿਉਂ ਨਾ ਚਲਾ ਗਿਆ ਹੋਵੇ, ਉੱਥੋਂ ਵੀ ਪ੍ਰਭੂ ਤੁਹਾਡਾ ਪਰਮੇਸ਼ਵਰ ਉਸਨੂੰ ਖਿੱਚ ਕੇ ਲੈ ਆਵੇਗਾ। ਉਹ ਤੁਹਾਨੂੰ ਠੀਕ ਉਸ ਧਰਤੀ ਤੇ ਲੈ ਆਵੇਗਾ, ਜਿਸ ਤੇ ਕਿਸੇ ਸਮੇਂ ਤੁਹਾਡੇ ਪੁਰਖਿਆਂ ਦਾ ਕਬਜ਼ਾ ਸੀ, ਕਿ ਤੁਸੀਂ ਉਸ ਤੇ ਕਬਜ਼ਾ ਕਰੋ। ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਅਤੇ ਤੁਹਾਡੀ ਸੰਤਾਨ ਦੇ ਦਿਲਾਂ ਨੂੰ ਇਸ ਤਰ੍ਹਾਂ ਦੇ ਬਣਾ ਦੇਵੇਗਾ ਕਿ ਤੁਸੀਂ ਉਸ ਨੂੰ ਪੂਰੇ ਦਿਲ ਅਤੇ ਜਾਨ ਨਾਲ ਪਿਆਰ ਕਰੋਗੇ ਅਤੇ ਇਸ ਕਾਰਨ ਜਿਉਂਦੇ ਰਹੋ। ਪ੍ਰਭੂ ਇਹਨਾਂ ਸਭ ਸਰਾਪਾਂ ਨੂੰ ਤੁਹਾਡੇ ਦੁਸ਼ਮਣਾਂ ਅਤੇ ਵਿਰੋਧੀਆਂ ਉੱਤੇ ਘੱਲੇਗਾ, ਜੋ ਤੁਹਾਨੂੰ ਦੁੱਖ ਦਿੰਦੇ ਹਨ। ਤਦ ਤੁਸੀਂ ਫਿਰ ਪ੍ਰਭੂ ਦੀ ਆਵਾਜ਼ ਨੂੰ ਸੁਣੋਗੇ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰੋਗੇ, ਜੋ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ। ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਹੱਥ ਤੇ ਹਰ ਕੰਮ, ਤੁਹਾਡੀ ਸੰਤਾਨ, ਤੁਹਾਡੇ ਮਾਲ ਡੰਗਰ, ਤੁਹਾਡੀ ਫਸਲ ਆਦਿ ਨੂੰ ਬਹੁਤਾਤ ਵਿੱਚ ਫਲਵੰਤ ਕਰੇਗਾ। ਉਹ ਇੱਕ ਵਾਰ ਫਿਰ ਤੁਹਾਡੇ ਤੇ ਉਸੇ ਤਰ੍ਹਾਂ ਦਾ ਆਨੰਦਿਤ ਹੋਵੇਗਾ, ਜਿਸ ਤਰ੍ਹਾਂ ਤੁਹਾਡੇ ਪੁਰਖਿਆਂ ਤੇ ਹੋਇਆ ਸੀ। ਪਰ ਤੁਹਾਡੇ ਲਈ ਪ੍ਰਭੂ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਅਤੇ ਇਸ ਪੁਸਤਕ ਵਿੱਚੋਂ ਉਸਦੇ ਲਿਖੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਸੋ ਤੁਹਾਡੇ ਲਈ ਆਪਣੇ ਪ੍ਰਭੂ ਦੀ ਵੱਲ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਮੁੜਨਾ ਜ਼ਰੂਰੀ ਹੈ। ਇਹ ਹੁਕਮ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, ਨਾ ਤਾਂ ਤੁਹਾਡੇ ਲਈ ਬਹੁਤਾ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ। ਇਹ ਉੱਥੇ ਆਕਾਸ਼ ਉੱਤੇ ਨਹੀਂ ਹੈ ਕਿ ਤੁਸੀਂ ਕਹੋ, ਕੌਣ ਸਾਡੇ ਲਈ ਆਕਾਸ਼ ਉੱਤੇ ਚੜ੍ਹੇਗਾ ਅਤੇ ਸਾਡੇ ਲਈ ਵਾਪਸ ਇਹ ਹੁਕਮ ਲੈ ਕੇ ਆਵੇਗਾ ਕਿ ਅਸੀਂ ਇਸ ਨੂੰ ਸੁਣ ਕੇ ਇਹ ਸੰਸਾਰ ਕਰੀਏ। ਨਾ ਹੀ ਇਹ ਸਮੁੰਦਰ ਦੇ ਦੂਜੇ ਪਾਰ ਹੈ ਕਿ ਤੁਸੀਂ ਕਹੋ, ਕੌਣ ਸਾਡੇ ਲਈ ਸਮੁੰਦਰੋਂ ਪਾਰ ਜਾ ਕੇ ਹੁਕਮ ਲਿਆਵੇਗਾ ਕਿ ਅਸੀਂ ਇਸ ਨੂੰ ਸੁਣ ਕੇ ਇਹ ਸੰਸਾਰ ਕਰੀਏ। ਸਗੋਂ ਇਹ ਤਾਂ ਠੀਕ ਤੁਹਾਡੇ ਕੋਲ ਹੈ, ਤੁਹਾਡੇ ਮੂੰਹ ਅਤੇ ਦਿਲ ਵਿੱਚ ਹੈ ਕਿ ਤੁਸੀਂ ਇਹ ਸੰਸਾਰ ਚੱਲ ਸਕੋ। ਇਸ ਤੇ ਧਿਆਨ ਦੇਵੋ। ਅੱਜ ਮੈਂ ਜੀਵਨ ਅਤੇ ਭਲਾਈ, ਮੌਤ ਅਤੇ ਬੁਰਾਈ ਤੁਹਾਡੇ ਸਾਹਮਣੇ ਤੁਹਾਡੀ ਚੋਣ ਦੇ ਲਈ ਰੱਖ ਰਿਹਾ ਹਾਂ। ਜੇਕਰ ਤੁਸੀਂ ਇਹਨਾਂ ਮੇਰੇ ਦੱਸੇ ਪ੍ਰਭੂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋਗੇ,
ਉਸ ਨੂੰ ਪਿਆਰ ਕਰਨ ਰਾਹੀਂ ਉਸਦੇ ਰਾਹਾਂ ਤੇ ਚੱਲਣ ਦੁਆਰਾ ਅਤੇ ਉਸਦੇ ਸਭ ਆਦੇਸ਼ਾਂ, ਵਿਧੀਆਂ ਅਤੇ ਵਿਧਾਨ ਨੂੰ ਪੂਰਾ ਕਰਨ ਦੁਆਰਾ, ਤਾਂ ਉਹ ਤੁਹਾਨੂੰ ਉਸ ਧਰਤੀ ਤੇ ਜਿਸ ਤੇ ਜਾ ਕੇ ਤੁਸੀਂ ਕਬਜ਼ਾ ਕਰਨ ਵਾਲੇ ਹੋ ਅਸੀਸ ਦੇਵੇਗਾ। ਤਦ ਤੁਸੀਂ ਉੱਥੇ ਰਹੋਗੇ ਅਤੇ ਵਧੋ ਫੁੱਲੋਗੇ। ਪਰ ਜੇਕਰ ਤੁਸੀਂ ਉਸ ਵੱਲੋਂ ਭਟਕ ਕੇ ਉਸਦੀ ਨਾ ਸੁਣ ਕੇ ਦੂਜੇ ਦੇਵਤਿਆਂ ਪਿੱਛੇ ਲੱਗ ਜਾਵੋਗੇ ਅਤੇ ਉਹਨਾਂ ਦੀ ਪੂਜਾ ਕਰੋਗੇ, ਤਾਂ ਮੈਂ ਤੁਹਾਨੂੰ ਪਹਿਲਾਂ ਚੇਤਾਵਨੀ ਦੇ ਤੌਰ ਤੇ ਦੱਸ ਦਿੰਦਾ ਹਾਂ ਕਿ ਤੁਸੀਂ ਨਾਸ਼ ਹੋ ਜਾਵੋਗੇ। ਤੁਸੀਂ ਧਰਤੀ ਤੇ ਬਹੁਤ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹਿ ਸਕੋਗੇ, ਜਿਸ ਤੇ ਜਰਦਨ ਦਰਿਆ ਤੋਂ ਪਾਰ ਜਾ ਕੇ ਤੁਸੀਂ ਕਬਜ਼ਾ ਕਰਨ ਵਾਲੇ ਹੋ। ਸੋ ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡਾ ਗਵਾਹ ਮੰਨਦਾ ਹੋਇਆ ਤੁਹਾਡੇ ਅੱਗੇ ਜੀਵਨ ਅਤੇ ਮੌਤ, ਅਸੀਸ ਅਤੇ ਸਰਾਪ ਰੱਖਦਾ ਹਾਂ। ਇਸ ਲਈ ਤੁਸੀਂ ਜੀਵਨ ਦੀ ਚੋਣ ਕਰੋ ਕਿ ਤੁਸੀਂ ਅਤੇ ਤੁਹਾਡੀ ਸੰਤਾਨ ਜੀ ਸਕੋ। ਇਸ ਦਾ ਅਰਥ ਹੈ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸਦੀ ਆਵਾਜ਼ ਨੂੰ ਸੁਣੋ ਅਤੇ ਉਸਦੇ ਨਾਲ ਚੰਬੜੇ ਰਹੋ। ਇਹੀ ਤੁਹਾਡੇ ਲਈ ਜੀਵਨ ਹੈ ਅਤੇ ਲੰਮੀ ਉਮਰ ਹੈ। ਇਸ ਦੁਆਰਾ ਹੀ ਤੁਸੀਂ ਧਰਤੀ ਤੇ ਵਸ ਸਕੋਗੇ, ਜਿਸ ਦੀ ਸਹੁੰ ਪ੍ਰਭੂ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ। ਆਮੀਨ। ਇਹ ਚੈਪਟਰ ਜਿਸ ਲਈ ਅਸੀਂ ਨਵੇਂ ਨਿਯਮ ਦੇ ਵਿੱਚ ਜਾਣਾ, ਇਹ ਸਾਡੇ ਲਈ ਬਹੁਤ ਇੰਪੋਰਟੈਂਟ ਚੈਪਟਰ ਬਣ, ਔਰ ਖਾਸ ਕਰਕੇ ਇੱਕ ਬੜੀ ਆਇਤ ਆ ਵਚਨ ਦੇ ਵਿੱਚ ਜਿਸ ਨੂੰ ਦੱਸਿਆ ਜਾਂਦਾ ਕਿ ਇਹਦਾ ਕੀ ਮਤਲਬ ਆ। ਔਰ ਉਹ ਆਇਤ ਆਉਂਦੀ ਹੈਗੀ ਆ 10ਵਾਂ ਭਾਵ, ਜਿਸ ਲਈ ਅਸੀਂ ਰੋਮਨਸ ਦਾ ਦੇਖਦੇ ਹਾਂ, ਨਵੇਂ ਨਿਯਮ ਦਾ 281 ਪੰਨਾ, 10ਵਾਂ ਭਾਵ। ਔਰ ਉੱਥੇ ਮੁਕਤੀ ਦੀ ਗੱਲ ਦੇ ਵਿੱਚ ਜਾ ਕੇ ਇਹ ਚੀਜ਼ ਖੋਲਦੀ ਆ, ਦਿਲ ਦੀ ਸੁੰਨਤ ਦੀ ਗੱਲ ਸਾਰੀ, ਕਿ ਜਿਹੜਾ ਸੁੰਨਤ ਦਾ ਝਗੜਾ ਪੈਣਾ ਆ ਕਿ ਮਸੀਹੀਆਂ ਦੀ ਸੁੰਨਤ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਚੈਪਟਰ ਜਿਹੜਾ ਦਿਲ ਦੀ ਸੁੰਨਤ ਦੀ ਗੱਲ, ਬਾਹਰੀ ਨਿਸ਼ਾਨਾਂ ਦੀ ਗੱਲ ਨਹੀਂ ਕਰਦਾ, ਪਰ ਅੰਤ ਕਰਨ ਦੀ ਗੱਲ, ਸਾਡਾ ਜਿਹੜਾ ਅੰਤ ਕਰਨ। ਔਰ ਜਿਸ ਲਈ ਤੁਸੀਂ 6ਵੇਂ ਭਾਗ ਦੇ ਵਿੱਚ ਆਉਨੇ ਆ, ਮੈਂ ਉਸਦੀ 5ਵੀਂ ਆਇਤ ਤੋਂ ਪੜਾਂਗਾ। ਕਹਿੰਦਾ, मूसा ਨੇ ਨੇਮ ਸ਼ਾਸਤਰ ਦੇ ਮੰਨਣ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰਾਣ ਜਾਣ ਬਾਰੇ ਇਹ ਲਿਖਿਆ ਹੈ, ਉਹ ਆਦਮੀ ਜਿਹੜਾ ਇਹ ਪੂਰਾ ਕਰੇਗਾ ਇਸ ਦੁਆਰਾ ਜੀਵਨ ਪ੍ਰਾਪਤ ਕਰੇਗਾ। ਪਰ ਉਹ ਜੋ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰਾਇਆ ਗਿਆ ਹੈ, ਉਸ ਦੇ ਬਾਰੇ ਇਸ ਤਰ੍ਹਾਂ ਕਿਹਾ ਗਿਆ ਹੈ, ਆਪਣੇ ਮਨ ਵਿੱਚ ਇਸ ਤਰ੍ਹਾਂ ਨਾ ਕਹਿ ਕਿ ਸਵਰਗ ਦੇ ਵਿੱਚ ਉੱਪਰ ਕੌਣ ਜਾਏਗਾ, ਤਾਂ ਜਿਸ ਦਾ ਅਰਥ ਹੈ ਮਸੀਹ ਨੂੰ ਥੱਲੇ ਲਿਆਉਣਾ, ਜਾਂ ਪਤਾਲ ਦੇ ਵਿੱਚ ਕੌਣ ਉਤਰੇਗਾ, ਜਿਸ ਦਾ ਅਰਥ ਹੈ ਮਸੀਹ ਨੂੰ ਮੁਰਦਿਆਂ ਦੇ ਵਿੱਚੋਂ ਵਾਪਸ ਲਿਆਉਣਾ। ਉਸਦਾ ਇਹ ਕਹਿਣਾ ਕਿ ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਲਾਗੇ ਹੈ, ਤੁਹਾਡੇ ਮੂੰਹ ਤੇ ਅਤੇ ਮਨ ਦੇ ਵਿੱਚ ਹੈ, ਅਰਥਾਤ ਉਹ ਵਿਸ਼ਵਾਸ ਵਾਲਾ ਸੰਦੇਸ਼ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ। ਜੇਕਰ ਤੁਸੀਂ ਆਪਣੇ ਮੂੰਹ ਦੇ ਨਾਲ ਇਹ ਕਹਿ ਕੇ ਮੰਨੋ ਕਿ ਯਿਸੂ ਪ੍ਰਭੂ ਹੈ ਅਤੇ ਆਪਣੇ ਮਨ ਦੇ ਨਾਲ ਵਿਸ਼ਵਾਸ ਕਰੋ, ਤਾਂ ਪਰਮੇਸ਼ਵਰ ਉਹਨਾਂ ਅਰਥਾਤ ਯਿਸੂ ਨੂੰ ਮੁਰਦੇ ਵਿੱਚ ਜਿੰਦਾ ਕੀਤਾ, ਤਾਂ ਤੁਸੀਂ ਮੁਕਤੀ ਪਾਓਗੇ। ਸੋ ਉਹ ਕਹਿੰਦਾ ਕਿ ਇੰਨਾ ਵੀ ਹਾਰਡ ਨਹੀਂਗਾ ਤੁਹਾਨੂੰ ਕਿ ਤੁਸੀਂ ਜਿਹੜੇ ਇੱਥੇ ਬੈਠੇ ਹੋ ਤੇ ਉਹ ਆਕਾਸ਼ ਤੇ ਕੌਣ ਚੜੇਗਾ ਤਾਂ ਸਾਡੇ ਲਈ ਸ਼ਬਦ ਲੈ ਕੇ ਆਏਗਾ, ਜਾਂ ਸਮੁੰਦਰ ਦੀਆਂ ਡੂੰਘਾਈਆਂ ਦੇ ਵਿੱਚ ਕੌਣ ਜਾਏਗਾ। ਸੋ ਇੱਥੇ ਇਹ ਚੀਜ਼ ਦੱਸੀ ਗਈ ਆ ਕਿ ਜਿਸ ਲਈ ਨਵੇਂ ਨਿਯਮ ਦੇ ਵਿੱਚ ਜਾਂਦੇ ਆ ਤੇ ਆਕਾਸ਼ ਤੋਂ ਦੇ ਵਿੱਚੋਂ ਕੌਣ ਲੈ ਕੇ ਆਇਆ ਵਚਨ, ਉਹ ਪ੍ਰਭੂ ਯਿਸੂ ਮਸੀਹ ਲੈ ਕੇ ਆਏ। ਉਹ ਆਏ ਆ ਸਾਡੇ। ਪਤਾਲ ਦੇ ਵਿੱਚੋਂ ਕੌਣ ਉੱਠਿਆ? ਪ੍ਰਭੂ ਯਿਸੂ ਮਸੀਹ ਉੱਠੇ। ਸੋ ਪ੍ਰਭੂ ਯਿਸੂ ਮਸੀਹ ਦੇ ਉਹ ਜਿਹੜੇ ਸਾਰੇ ਅਜੂਬੇ ਆ ਕਿ ਇੱਥੇ ਅਸੀਂ ਪੂਰੇ ਹੁੰਦੇ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਦਾ ਕੁਆਰੀ ਤੋਂ ਪੈਦਾ ਹੋਣਾ, ਪ੍ਰਭੂ ਯਿਸੂ ਮਸੀਹ ਦਾ ਪਾਪੀ ਦੇ ਲਈ ਜਾਨ ਦੇਣ, ਪ੍ਰਭੂ ਯਿਸੂ ਮਸੀਹ ਦਾ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ, ਔਰ ਪ੍ਰਭੂ ਯਿਸੂ ਮਸੀਹ ਦਾ ਉਠਾਏ ਜਾਣਾ। ਸੋ ਔਰ ਉਸ ਦਾ ਜਿਹੜਾ ਵਾਪਸ ਹੋਣਾ, ਇਹ 5 ਬਣਦੇ ਆ। ਔਰ ਇਹ ਤਿੰਨੇ ਅਜੂਬੇ, ਇਹ ਸਾਨੂੰ ਕਿਤੇ ਨਹੀਂ ਮਿਲਦੇ, ਹੋਰ ਕਿਤੇ ਨਹੀਂ ਸਾਨੂੰ। ਸੋ ਉਸ ਚੀਜ਼ ਦੀ ਗੱਲ ਇਹ ਕਰਦਾ ਪਿਆ। ਸੋ ਚੈਪਟਰ ਨੂੰ ਅਸੀਂ ਜਿਸ ਲਈ ਨਵੇਂ ਨਿਯਮ ਦੇ ਵਿੱਚ ਜਾਵਾਂਗੇ, ਇਸ ਚੈਪਟਰ ਨੂੰ ਅਸੀਂ ਉੱਥੋਂ ਖੋਲਾਂਗੇ। ਪਰ ਬੇਸਿਕਲੀ ਇੱਥੇ ਉਹ ਅਸੀਸ ਦੀ ਪ੍ਰਾਪਤੀ ਦੀ ਗੱਲ ਕਰਦਾ ਪਿਆ ਕਿ ਜਿਸ ਧਰਤੀ ਤੇ ਤੁਸੀਂ ਜਾਵੋਗੇ, ਲੇਕਿਨ ਉੱਥੇ ਜਾ ਕੇ ਅਸੀਂ ਮੁਕਤੀ ਦੀ ਗੱਲ ਕਰਾਂਗੇ।
ਇਹ ਜਿਹੜੀ ਅਸੀਸ ਆ ਇਹ ਦੁਨਿਆਵੀ ਅਸੀਸਾਂ ਦੀ ਗੱਲ ਹੁੰਦੀ ਪਈ। ਸਵਰਗੀ ਅਸੀਸਾਂ ਦੀ ਜਿਹੜੀ ਗੱਲ, ਸਵਰਗੀ ਮੁਕਤੀ ਦੀ ਜਿਹੜੀ ਗੱਲ ਆ, ਸੈਲਵੇਸ਼ਨ ਦੀ ਜਿਹੜੀ ਗੱਲ ਆ, ਉਹ ਨਵੇਂ ਨਿਯਮ ਦੇ ਵਿੱਚ ਜਾਂਦੀ ਹੈ। ਸੋ ਜਿੱਦਾਂ ਇਹਨਾਂ ਲੋਕਾਂ ਦੀ ਲਈ ਇਹ ਧਰਤੀ ਜ਼ਰੂਰੀ ਸੀ ਕਿਉਂਕਿ ਇਹ ਗੁਲਾਮ ਸੀ, ਇਹਨਾਂ ਦੇ ਕੋਲ ਆਪਣਾ ਕੁਛ ਨਹੀਂ ਸੀ, ਉਸੇ ਤਰ੍ਹਾਂ ਧਰਤੀ ਤਾਂ ਸਾਡੇ ਕੋਲ ਹੈਗੀ ਆ, ਧਰਤੀ ਦੀ ਪ੍ਰੋਬਲਮ ਨਹੀਂ, ਸਾਨੂੰ ਜਿਹੜੀ ਆ ਉਹ ਇੱਥੋਂ ਜਾਣ ਤੋਂ ਬਾਅਦ ਜਗ੍ਹਾ ਚਾਹੀਦੀ ਆ, ਫਿਰ ਉਹ ਕੌਣ ਦੇਵੇ, ਘਰ ਕੌਣ ਲੈ ਕੇ ਜਾਏ, ਪਰ ਉੱਥੇ ਮੁਕਤੀ ਦੀ ਗੱਲ ਹੁੰਦੀ ਹੈ, ਸਦੀਵ ਜੀਵਨ ਦੀ ਗੱਲ ਹੁੰਦੀ ਹੈ। ਸੋ ਇਹ ਅਗਰ ਅਸੀਂ ਇਹਨਾਂ ਦੇ ਵੱਲ ਅਸੀਂ ਦੇਖੀਏ ਤਾਂ ਇਹਨਾਂ ਦੇ ਲਈ ਇਹ ਜਿਹੜਾ ਚੈਪਟਰ ਅਖੀਰ ਦੇ ਵਿੱਚ ਮੂਸਾ ਇਹਨਾਂ ਨੂੰ ਦੇ ਰਿਹਾ, ਉਹ ਉਹਨਾਂ ਨੂੰ ਬਰਕਤ ਦੇ ਤੌਰ ਤੇ ਦੇ ਰਿਹਾ ਕਿ ਭਾਈ ਅਖੀਰ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਜਿਹੜੇ ਪ੍ਰਭੂ ਦੇ ਹੁਕਮ ਆ, ਜਿਹੜੇ ਤੁਸੀਂ ਜਾਓਗੇ, ਤੁਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣੋਗੇ। ਨਾ ਸਭ ਤੋਂ ਵੱਡੀ ਇਹ ਚੀਜ਼ ਹੈ ਕਿ ਤੁਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣੋ। ਮੈਂ ਆਪਣੀਆਂ ਅੱਖਾਂ ਦੇ ਨਾਲ ਲੋਕ ਛਿਲੇ ਕਮਾਉਂਦੇ ਦੇਖਿਓ, ਔਰ ਉਹ ਕਿਸੇ ਦੇਵਤੇ ਦਾ ਕਿਸੇ ਦਾ ਛਿਲਾ ਕਮਾਉਂਦਾ ਪਿਆ ਸੀਗਾ, ਔਰ ਉਸਨੇ ਮੀਟ ਰੱਖਿਆ ਸੀਗਾ ਉੱਥੇ ਮੋਰੇ ਪਿਆ ਸੀਗਾ, ਤਾਂ ਉਹ ਤੇ ਨਾਲ ਸ਼ਰਾਬ ਦੀ ਬੋਤਲ ਰੱਖੀ ਹੋਈ ਸੀ, ਔਰ ਜੋ ਕੁਛ ਵੀ ਸੀਗਾ। I was curious ਇਹ ਕੀ ਹੋ ਰਿਹਾ, ਔਰ ਸਾਨੂੰ ਦੱਸ ਦਿੱਤਾ ਸੀਗਾ ਜੇ ਤੁਸੀਂ ਐਸ ਲੀਕ ਦੇ ਅੰਦਰ ਨਹੀਂ ਆਉਣਾ, ਜੇ ਕੋਈ ਆਵੇ ਤਾਂ ਐਸ ਲੀਕ ਦੇ ਅੰਦਰ ਨਹੀਂ ਆਉਣਾ। ਤੇ ਜਿਸ ਲਈ 40 ਦਿਨ ਹੋਇਆ ਤਾਂ ਇੱਕ ਕਾਲੇ ਰੰਗ ਦਾ ਕੁੱਤਾ ਆਇਆ, ਉਸਨੇ ਬੋਤਲ ਡੋਲ ਦਿੱਤੀ ਤੇ ਮੀਟ ਲੈ ਕੇ ਚਲਾ। उसने कह देता क्या कि अच्छा भाई तेरा शिला now that is a one। उस तो बाद वो बंदे ने अपने आप में बाबा कहना शुरू कर दिया। एक थी, लेकिन दूजे पासे ते उसने कहा कि तुहानू इदां दी चीज़ां करन दी कोई जरूरत नहीं, तुसी उस एक परमेश्वर दी आवाज़ में सुनो। उस एक परमेश्वर की आवाज जिस लोग सुनन दे लई तरसदे, वो तुसी सुनो। सो तुसी होर किसे पासे नहीं जाना, वो तुहाडे दिलां दी सुनन करेगा, और तुहाडे दिल उसकी आवाज में सुनो, तुसी ओह आवाज सुनने की कोशिश करो, उस आवाज दे पिछे चलना। ते तुसी जेड़ी धरती मैं तुहानू देन जा रही हूं, उस धरती ते प्रभु जो तुहानू देन जा रही है, तुसी उत्थे असीस प्राप्त करो, उत्थे तुसी असीस प्राप्त करो। सो हुण उसने अपना उत्तराधिकारी जेड़ा उसनू थाप देना। सो आओ 31वें पाठ दे विच चलिए। मैं पढ़ती पास्टर जी। ਯਹੋਸ਼ੂਆ ਨੂੰ ਮੂਸਾ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਦਾ ਹੈ। ਮੂਸਾ ਨੇ ਇਸਰਾਏਲੀ ਲੋਕਾਂ ਨੂੰ ਅੱਗੋਂ ਹੋਰ ਵੀ ਗੱਲਾਂ ਕਹੀਆਂ। ਉਸ ਨੇ ਉਹਨਾਂ ਨੂੰ ਕਿਹਾ, ਮੈਂ ਹੁਣ 120 ਸਾਲਾਂ ਦਾ ਹੋ ਗਿਆ ਹਾਂ, ਇਸ ਲਈ ਮੈਂ ਹੁਣ ਤੁਹਾਡੀ ਬਾਹਰ ਅੰਦਰ ਅਗਵਾਈ ਨਹੀਂ ਕਰ ਸਕਦਾ ਹਾਂ। ਪ੍ਰਭੂ ਨੇ ਵੀ ਮੈਨੂੰ ਕਿਹਾ ਹੈ, ਤੂੰ ਜਰਦਨ ਦਰਿਆ ਦੇ ਦੂਜੇ ਪਾਰ ਨਹੀਂ ਜਾ ਸਕੇਗਾ। ਪ੍ਰਭੂ ਤੁਹਾਡਾ ਪਰਮੇਸ਼ਰ ਆਪ ਤੁਹਾਡੇ ਅੱਗੇ ਅੱਗੇ ਜਾਵੇਗਾ। ਉਹ ਤੁਹਾਡੀ ਟਾਕਰੀ ਵਿੱਚ ਆਉਣ ਵਾਲੀਆਂ ਸਭ ਕੌਮਾਂ ਦਾ ਨਾਸ਼ ਕਰੇਗਾ ਅਤੇ ਤੁਸੀਂ ਉਹਨਾਂ ਤੇ ਕਬਜ਼ਾ ਕਰ ਸਕੋ, ਤਾਂ ਤੁਸੀਂ ਉਹਨਾਂ ਤੇ ਕਬਜ਼ਾ ਕਰ ਸਕੋ। ਮੇਰੀ ਥਾਂ ਪ੍ਰਭੂ ਦੇ ਆਦੇਸ਼ਾਂ ਅਨੁਸਾਰ ਯਹੋਸ਼ੂਆ ਤੁਹਾਡੀ ਅਗਵਾਈ ਕਰੇਗਾ। ਪ੍ਰਭੂ ਠੀਕ ਉਹਨਾਂ ਕੌਮਾਂ ਨਾਲ ਉਸੇ ਤਰ੍ਹਾਂ ਕਰੇਗਾ ਜਿਸ ਤਰ੍ਹਾਂ ਉਹਨੇ ਅਮੋਰੀ ਲੋਕਾਂ ਦੇ ਰਾਜਿਆਂ ਸਿਯੋਨ ਅਤੇ ਓਗ ਦੇ ਨਾਲ ਕੀਤਾ ਸੀ, ਅਰਥਾਤ ਉਹਨਾਂ ਦਾ ਨਾਸ਼। ਸੋ ਪ੍ਰਭੂ ਉਹਨਾਂ ਤੇ ਤੁਹਾਡੀ ਜਿੱਤ ਕਰੇਗਾ, ਪਰ ਤੁਸੀਂ ਉਹਨਾਂ ਨਾਲ ਠੀਕ ਉਹਨਾਂ ਦੀ ਹੁਕਮਾਂ ਅਨੁਸਾਰ ਵਰਤਾਵ ਕਰਨਾ ਜੋ ਮੈਂ ਤੁਹਾਨੂੰ ਦਿੱਤੇ ਹਨ। ਤੁਸੀਂ ਤਕੜੇ ਅਤੇ ਦਲੇਰ ਬਣੋ, ਤੁਸੀਂ ਉਹਨਾਂ ਤੋਂ ਕਿਸੇ ਤਰ੍ਹਾਂ ਦਾ ਡਰ ਜਾਂ ਭੈ ਨਾ ਖਾਵੋ, ਕਿਉਂਕਿ ਪ੍ਰਭੂ ਤੁਹਾਡਾ ਪਰਮੇਸ਼ਰ ਆਪ ਤੁਹਾਡੇ ਨਾਲ ਜਾ ਰਿਹਾ ਹੈ। ਉਹ ਤੁਹਾਨੂੰ ਨਾ ਤਾਂ ਛੱਡੇਗਾ ਤੇ ਨਾ ਹੀ ਤੁਹਾਡੇ ਤੋਂ ਦੂਰ ਹੋਵੇਗਾ। ਫਿਰ ਮੂਸਾ ਨੇ ਯਹੋਸ਼ੂਆ ਨੂੰ ਸੱਦ ਕੇ ਸਭ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਕਿਹਾ, ਤੂੰ ਤਕੜਾ ਤੇ ਦਲੇਰ ਹੋ, ਤੂੰ ਹੀ ਇਹਨਾਂ ਲੋਕਾਂ ਦੇ ਅੱਗੇ ਅੱਗੇ ਉਸ ਧਰਤੀ ਤੇ ਜਾਵੇਂਗਾ ਅਤੇ ਇਹਨਾਂ ਦਾ ਕਬਜ਼ਾ ਉਸ ਉੱਤੇ ਕਰਵਾਵੇਂਗਾ
ਜਿਸ ਦੇ ਦੇਣ ਦੀ ਸਹੁੰ ਉਸਨੇ ਪੁਰਖਿਆਂ ਨਾਲ ਖਾਧੀ ਸੀ। ਪ੍ਰਭੂ ਆਪ ਤੇਰੀ ਅਗਵਾਈ ਕਰੇਗਾ, ਇਸ ਲਈ ਤੂੰ ਨਾ ਤਾਂ ਡਰਨਾ ਅਤੇ ਨਾ ਹੀ ਘਬਰਾਉਣਾ। ਉਹ ਤੈਨੂੰ ਨਾ ਤਾਂ ਛੱਡੇਗਾ ਤੇ ਨਾ ਹੀ ਤੇਰੇ ਤੋਂ ਦੂਰ ਹੋਵੇਗਾ। ਸੋ ਹੁਣ ਜਿਹੜੀ ਇੱਥੇ ਮੇਨ ਚੀਜ਼ ਆ, ਇੱਕ ਜਿਹੜਾ ਲੋਕਾਂ ਨੇ ਕਿੱਦਾਂ ਸਵੀਕਾਰ ਕੀਤਾ ਕਿ ਯਹੋਸ਼ੂਆ ਹੀ ਪ੍ਰਭੂ ਨੇ ਚੁਣਿਆ। ਯਹੋਸ਼ੂਆ ਦੀ ਉਮਰ ਵੀ ਇਸ ਵੇਲੇ ਬੇਸਿਕਲੀ 70-80 ਸਾਲ ਦੀ, 70-80 ਸਾਲ ਦੇ ਵਿਚਕਾਰ, ਕਿਉਂਕਿ ਯਹੋਸ਼ੂਆ ਤੋਂ ਬਗੈਰ ਉਹਨਾਂ ਦੇ ਵਿੱਚ ਕੋਈ 70-80 ਸਾਲ ਦਾ ਬੰਦਾ ਹੈ ਨਹੀਂ। मूसा तो बाद यहोशुआ और केलब, ये 3 बड़ी उम्र के लोग उन्होंने विच आ, और बाकी जिन्ने इत्थे बैठे हो उन्होंने सामने सारियां दी उम्र 60 साल तो घट, क्योंकि प्रभु ने कहा सी कि यहोशुआ ते केलब अगे जाणगे, बाकी सब जिन्नियां दी उम्र 20 साल तो उत्ते सी उस समय, वो सारे मर मुक चुके, और उन्हां दीयां संतानां आ जिहड़ियां सामने बैठियां, जिन्हां दे विचों जिन्हां दी उम्र यहोशुआ, मूसा और केलब तो बगैर और उन्हां दीयां पत्नियां तो बगैर ये 5 जाने आ जिन्हां दी उम्र 70 तो उत्ते, यानी कि 70 तो लैके 120 साल का मूसा आ, उसकी भैन भी चली गई, उसका भरा भी चला गया, उसकी पत्नी भी जा चुकी, और मूसा जिहड़ा वो हुण उसदे जाण दा वेला आ गया। सो सब तो पहला मिरेकल तां इह आ कि प्रभु दे कहे अनुसार मूसा ते कालेब जींदे, और बाकी जेड़े सारे आ वो मर चुके। सो ये सब तो बड़ा मिरेकल आ जिस दे करके लोकां ने इत्थे उसनूं स्वीकार करना। हुण यह अक्षर असीं बार-बार पाउणे आ जिसले मूसा ने यहोशुआ नूं अपनी बरकत दे दित्ती। सो बरकत उसने बरकत दे विच जेड़ी कही आ वो उसकी 7वीं और असीं 8वीं आयत दे विच देखांगे। सो पहला उसने जिहड़ा लोकां नूं हौसला दिता कि प्रभु तुहानूं छड्डेगा नहीं, तुसीं तकड़े ते दलेर होकर जाना, प्रभु तुहानूं जित देगा। पर मूसा ने यहोशुआ नूं सद के सब लोकां दे सामने इस तरह कहा, तू तकड़ा ते दलेर हो। सो पहला सब लोकां नूं कहा, हुण एक जड़ा जिसनूं थापिया जा रहा अगे, इसनूं अगे लैके जाण दे लई, वादे दी धरती दे विच लैके जाण दे लई उसनूं कहा, मूसा ने तू तकड़ा ते दलेर हो, तू इन्हां लोकां दे अगे अगे उस धरती ते जावेगा, इन्हां दा कब्जा तू उस धरती ते करावेगा जिस दे देण दी सौं उस दे पुरखियां दे नाल खाधी सी। प्रभु आप तेरी अगवाई करेगा, इसलिए तू ना तां डरना अते ना ही घबराउणा, ਉਹ ਤੈਨੂੰ ਨਾ ਤਾਂ ਛੱਡੇਗਾ ਅਤੇ ਨਾ ਹੀ ਤੇਰੇ ਤੋਂ ਦੂਰ ਜਾਏਗਾ। ਸੋ ਲੀਡਰ ਜਿਹੜਾ ਅਗਲਾ ਆ ਉਹ ਥਾਪ ਦਿੱਤਾ ਗਿਆ। ਹੁਣ ਵਿਵਸਥਾ ਦੀ ਜਿਹੜੀ ਪੋਥੀ ਪ੍ਰਭੂ ਨੇ ਇਹ ਜਿਹੜੀ ਹੈਗੀ ਆ ਵਿਵਸਥਾ ਸਾਰ ਦੀ ਜਿਹੜੀ ਪੋਥੀ ਆ ਉਹਨਾਂ ਨੂੰ ਹੁਣ ਇਹ ਪੋਥੀ ਦਿੱਤੀ ਜਾਣੀ। ਸੋ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਯਹੋਸ਼ੂਆ ਦਾ ਹੁਕਮ ਮੰਨਣਾ ਜਿਸ ਤਰ੍ਹਾਂ ਉਹ ਮੂਸਾ ਦਾ ਮੰਨਦੇ ਆ ਰਹੇ। ਵੱਲ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਯਹੋਸ਼ੂਆ ਨੂੰ ਉਹਦਾ ਤੰਗ ਕਰਨਾ ਜਿੱਦਾਂ ਮੂਸਾ ਨੂੰ ਤੰਗ ਕਰਦੇ ਆ ਰਹੇ, ਰਾਈਟ। ਪਰ ਦੂਜੇ ਪਾਸੇ ਹੁਣ ਪ੍ਰਭੂ ਉਹਨਾਂ ਨੂੰ ਇਹ ਕਹਿਤਾ ਕਿ ਹੁਣ ਤੁਸੀਂ ਇਹ ਜਿਹੜੀ ਪੋਥੀ ਹੈ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਇਸ ਨੂੰ ਤੁਸੀਂ ਹਰੇਕ 7 ਸਾਲਾਂ ਬਾਅਦ ਪੜ੍ਹੋ। ਵਿਵਸਥਾ ਸਾਰ ਤੁਹਾਡੇ ਵਿੱਚ ਹਮੇਸ਼ਾ ਚੱਲਦਾ ਔਰ ਬੱਚਿਆਂ ਨੂੰ ਵੀ ਸਿਖਾਇਆ ਜਾਏ ਸਾਰੀਆਂ ਚੀਜ਼ਾਂ। ਸੋ ਆਓ ਅਸੀਂ ਇਸ ਨੂੰ 9 ਆਇਤ ਤੋਂ ਲੈ ਕੇ ਅਸੀਂ ਦੇਖਦੇ ਹਾਂ ਬੇਸਿਕਲੀ 13 ਤਦ ਮੂਸਾ ਨੇ ਇਹ ਸਾਰੀ ਵਿਵਸਥਾ ਨੂੰ ਲਿਖ ਕੇ ਲੇਵੀਆਂ ਅਰਥਾਤ ਪੁਰੋਹਿਤਾਂ ਨੂੰ ਜੋ ਪ੍ਰਭੂ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਦੇ ਦਿੱਤੀ। ਮੂਸਾ ਨੇ ਉਹਨਾਂ ਨੂੰ ਇਸ ਦੇ ਨਾਲ ਹੀ ਇਹ ਹੁਕਮ ਦਿੱਤਾ, ਹਰ 7ਵੇਂ ਸਾਲ ਛੋਟ ਵਾਲੇ ਸਾਲ
ਡੇਰਿਆਂ ਦੇ ਤਿਉਹਾਰ ਸਮੇਂ, ਜਿਸ ਸਮੇਂ ਸਭ ਇਜ਼ਰਾਈਲ ਦੇ ਲੋਕ ਉਸ ਥਾਂ ਤੇ ਇਕੱਠੇ ਹੋਣ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਆਪਣੇ ਲਈ ਚੁਣੇਗਾ, ਤੁਸੀਂ ਇਸ ਵਿਵਸਥਾ ਨੂੰ ਸਭ ਇਜ਼ਰਾਈਲੀ ਲੋਕਾਂ ਦੇ ਸਾਹਮਣੇ ਪੜ੍ਹਨਾ। ਤੁਸੀਂ ਉਸ ਸਮੇਂ ਉੱਥੇ ਆਪਣੇ ਸਭ ਲੋਕਾਂ, ਆਦਮੀਆਂ, ਔਰਤਾਂ, ਬੱਚਿਆਂ ਅਤੇ ਆਪਣੇ ਨਗਰਾਂ ਅੰਦਰ ਰਹਿ ਰਹੇ ਪਰਦੇਸੀਆਂ ਨੂੰ ਇਕੱਠੇ ਕਰਨਾ ਕਿ ਉਹ ਵੀ ਇਸ ਵਿਵਸਥਾ ਦੀਆਂ ਗੱਲਾਂ ਨੂੰ ਸੁਣਨ ਅਤੇ ਇਸ ਅਨੁਸਾਰ ਪ੍ਰਭੂ ਤੋਂ ਡਰਦੇ ਹੋਏ ਚੱਲਣ। ਇੱਥੋਂ ਤੱਕ ਕਿ ਉਹਨਾਂ ਦੀ ਸੰਤਾਨ ਵੀ, ਜੋ ਇਸ ਤੋਂ ਬੇਸ਼ੱਕ ਅਣਜਾਣ ਹੈ, ਪਰ ਜਦੋਂ ਤੱਕ ਉਹ ਉਸ ਧਰਤੀ ਤੇ ਰਹੇ ਜਿਸ ਤੇ ਜਰਦਨ ਪਾਰ ਤੁਸੀਂ ਕਬਜ਼ਾ ਕਰਨ ਵਾਲੇ ਹੋ, ਇਸ ਨੂੰ ਸੁਣੋ ਅਤੇ ਪ੍ਰਭੂ ਆਪਣੇ ਪਰਮੇਸ਼ਰ ਤੋਂ ਡਰਨਾ ਸਿੱਖੋ। ਆਮੀਨ। ਸੋ ਪ੍ਰਭੂ ਉਸਨੇ ਇਹ ਪੋਥੀ ਉਹਨਾਂ ਨੂੰ ਦੇ ਦਿੱਤੀ ਜਿਹੜੀ ਕਿ ਹਰੇਕ 7ਵੇਂ ਸਾਲ ਪੜ੍ਹੀ ਜਾਂਦੀ ਸੀ, ਔਰ ਇਹ ਸਾਰਿਆਂ ਲੋਕਾਂ ਨੂੰ ਇਕੱਠੇ ਕਰਕੇ, ਜਿੱਦਾਂ ਕਿ ਜਿਹੜੇ ਜਿਹੜੇ ਕਬੀਲਿਆਂ ਦੇ ਅਨੁਸਾਰ ਜਿਹੜੇ ਸੀਗੇ, ਉਹਨਾਂ ਨੇ ਆਪਣੇ ਜਿਹੜੇ ਸਥਾਨ ਹਰੇਕ ਕਬੀਲੇ ਦੇ ਵਿੱਚ ਇੱਕ ਜਗ੍ਹਾ ਬਣਾਈ ਸੀ, ਔਰ ਉਸ ਤੋਂ ਬਾਅਦ ਫਿਰ ਕਬੀਲਿਆਂ ਦੇ ਵਿੱਚ ਉਹ ਨੰਬਰਾਂ ਦੇ ਵਿੱਚ ਵੱਧਦੇ ਗਏ, ਸੋ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਹੋਰ ਜਗ੍ਹਾਵਾਂ ਬਣਾ ਲਈਆਂ ਜਿੱਥੇ ਵਿਵਸਥਾ ਸਾਹਿਬ ਦੀ ਪੋਥੀ ਪੜ੍ਹੀ ਜਾਂਦੀ ਸੀ, ਜਾਂ ਜਿੱਥੇ ਹਰ ਹਫ਼ਤੇ ਲੋਕ ਇਕੱਠੇ ਹੁੰਦੇ ਸੀ। ਸੋ ਉਸਨੇ ਕਿਹਾ ਕਿ ਇਸ ਨੂੰ ਪੜ੍ਹਨਾ, ਇਸ ਨੂੰ ਸੁਣੋ, ਇਸ ਤੋਂ ਤਾਂ ਕਿ ਪ੍ਰਭੂ ਦੇ ਪਰਮੇਸ਼ਰ ਦੇ ਪਿੱਛੇ ਤੁਸੀਂ ਚੱਲ ਸਕੋ, ਜਿਸ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ, ਜੋ ਤੁਹਾਨੂੰ ਲੈ ਕੇ ਆਇਆ। ਤੁਹਾਨੂੰ ਹਮੇਸ਼ਾ ਇਸ ਚੀਜ਼ ਦਾ ਚੇਤੇ ਰਹਿਣਾ ਚਾਹੀਦਾ ਕਿ ਤੁਸੀਂ ਗੁਲਾਮ ਸੀ, ਪ੍ਰਭੂ ਨੇ ਤੁਹਾਨੂੰ ਆਜ਼ਾਦ ਕੀਤਾ, ਔਰ ਪ੍ਰਭੂ ਨੇ ਤੁਹਾਨੂੰ ਇਹ ਧਰਤੀ ਆਪਣੇ ਵਾਅਦੇ ਦੇ ਅਨੁਸਾਰ ਤੁਹਾਨੂੰ ਦਿੱਤੀ। ਇਸ ਨੂੰ ਹਮੇਸ਼ਾ ਚੇਤੇ ਰੱਖਣਾ। ਸੋ ਅਸੀਂ ਜਿਸ ਲਈ ਪ੍ਰਭੂ ਦਾ ਵਚਨ ਪੜ੍ਹਦੇ ਹਾਂ, ਤੇ ਅਸੀਂ ਵੀ ਇਸੇ ਲਈ ਪੜ੍ਹਦੇ ਹਾਂ ਪ੍ਰਭੂ ਦਾ ਵਚਨ, ਕਿ ਸਾਨੂੰ ਇਸ ਚੀਜ਼ ਦੀ ਯਾਦ ਰਹੇ ਕਿ ਅਸੀਂ ਪਾਪ ਦੇ ਵਿੱਚ ਗੁਲਾਮ ਸੀ, ਔਰ ਪ੍ਰਭੂ ਯਿਸੂ ਮਸੀਹ ਸਾਨੂੰ ਲੈ ਕੇ, ਪ੍ਰਭੂ ਯਿਸੂ ਮਸੀਹ ਦੇ ਕਾਰਨ ਸਾਨੂੰ ਸਦੀਵ ਜ਼ਿੰਦਗੀ ਔਰ ਮੁਕਤੀ ਮਿਲੀ। ਅਸੀਂ ਹੁਣ ਆਜ਼ਾਦ ਹਾਂ ਇਸ ਧਰਤੀ ਤੇ ਵੀ, ਔਰ ਅਸੀਂ ਆਜ਼ਾਦ ਹਾਂ ਪ੍ਰਭੂ ਦੇ ਘਰ ਦੇ ਵਿੱਚ ਵੀ। ਸਾਡੇ ਕੋਲ ਸਦੀਵਕ ਜ਼ਿੰਦਗੀ ਆ, ਔਰ ਇਹ ਇਸ ਕਰਕੇ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਕਿ ਸਾਨੂੰ ਇਹ ਚੀਜ਼ਾਂ ਚੇਤੇ ਰਹਿਣ ਕਿ ਸਾਡਾ ਪ੍ਰਭੂ ਦੇ ਨਾਲ ਕੀ ਰਿਸ਼ਤਾ ਆ, ਸਾਨੂੰ ਉਹ ਚੀਜ਼ਾਂ ਚੇਤੇ ਰਹਿਣ। ਸੋ ਆਓ ਅੱਗੇ ਅਸੀਂ ਇਸ ਨੂੰ ਇਸ ਚੈਪਟਰ ਨੂੰ ਪੂਰਾ ਕਰਦੇ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੇਰੇ ਇਸ ਦੁਨੀਆ ਵਿੱਚੋਂ ਜਾਣ ਦੇ ਕੁਝ ਹੀ ਦਿਨ ਬਾਕੀ ਰਹਿ ਗਏ ਹਨ, ਇਸ ਲਈ ਤੂੰ ਯਹੋਸ਼ੂਆ ਨੂੰ ਸੱਦ ਕੇ ਉਸ ਦੇ ਨਾਲ ਸਭਾ ਵਾਲੇ ਤੰਬੂ ਵਿੱਚ ਜਾ ਕਿ ਮੈਂ ਉੱਥੇ ਉਸ ਨੂੰ ਜ਼ਿੰਮੇਦਾਰੀ ਸੌਂਪਾਂ। ਸੋ ਮੂਸਾ ਤੇ ਯਹੋਸ਼ੂਆ ਸਭਾ ਵਾਲੇ ਤੰਬੂ ਵਿੱਚ ਜਾ ਕੇ ਹਾਜ਼ਰ ਹੋ ਗਏ। ਪ੍ਰਭੂ ਨੇ ਉਸ ਸਮੇਂ ਆਪਣੇ ਆਪ ਨੂੰ ਬੱਦਲ ਦੇ ਥੰਮ ਵਿੱਚ ਉੱਥੇ ਪ੍ਰਗਟ ਕੀਤਾ, ਜੋ ਤੰਬੂ ਦੇ ਦਰਵਾਜ਼ੇ ਕੋਲ ਆ ਕੇ ਖਲੋ ਗਿਆ। ਉਸ ਸਮੇਂ ਪ੍ਰਭੂ ਨੇ ਮੂਸਾ ਨੂੰ ਕਿਹਾ, ਦੇਖ ਹੁਣ ਤੇਰੇ ਇਸ ਧਰਤੀ ਉਤਲੇ ਥੋੜੇ ਹੀ ਦਿਨ ਰਹਿ ਗਏ ਹਨ, ਤੂੰ ਆਪਣੇ ਪੁਰਖਿਆਂ ਦੇ ਕੋਲ ਜਾਣ ਹੀ ਵਾਲਾ ਹੈ। ਤੇਰੇ ਪਿੱਛੋਂ ਇਹ ਲੋਕੀ ਮੇਰੇ ਤੋਂ ਆਕੀ ਹੋ ਜਾਣਗੇ ਅਤੇ ਦੂਜੇ ਲੋਕਾਂ ਨੂੰ, ਅਰਥਾਤ ਜਿਨ੍ਹਾਂ ਦੇ ਵਿੱਚ ਇਹ ਜਾ ਰਹੇ ਹਨ, ਉਹਨਾਂ ਦੇ ਦੇਵਤਿਆਂ ਦੇ ਪਿੱਛੇ ਲੱਗ ਕੇ ਤੁਰਨਗੇ। ਇਸ ਤਰ੍ਹਾਂ ਮੇਰੇ ਤੋਂ ਦੂਰ ਹੋ ਜਾਣਗੇ ਅਤੇ ਮੇਰੇ ਇਹਨਾਂ ਨਾਲ ਬੰਨੇ ਨੇਮ ਨੂੰ ਵੀ ਤੋੜ ਦੇਣਗੇ। ਤਦ ਮੇਰਾ ਗੁੱਸਾ ਇਹਨਾਂ ਦੇ ਵਿਰੁੱਧ ਭੜਕੇਗਾ ਅਤੇ ਮੈਂ ਇਹਨਾਂ ਨੂੰ ਛੱਡ ਕੇ ਇਹਨਾਂ ਤੋਂ ਦੂਰ ਹੋ ਜਾਵਾਂਗਾ। ਉਸ ਸਮੇਂ ਇਹਨਾਂ ਤੇ ਬਿਪਤਾ ਪਵੇਗੀ ਅਤੇ ਇਹਨਾਂ ਤੇ ਕਈ ਤਰ੍ਹਾਂ ਦੇ ਦੁੱਖ ਤੇ ਮੁਸੀਬਤਾਂ ਆਉਣਗੀਆਂ। ਫਿਰ ਇਹ ਕਹਿਣਗੇ ਕਿ ਇਹ ਸਭ ਦੁੱਖ ਸਾਡੇ ਤੇ ਇਸ ਕਾਰਨ ਨਹੀਂ ਆਏ ਕਿਉਂਕਿ ਸਾਡਾ ਪਰਮੇਸ਼ਰ ਸਾਡੇ ਨਾਲ ਨਹੀਂ ਹੈ। ਪਰ ਮੈਂ ਉਸ ਸਮੇਂ ਸੱਚਮੁੱਚ ਇਹਨਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਵਾਂਗਾ, ਕਿਉਂਕਿ ਇਹ ਬੁਰਾਈ ਕਰਕੇ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਤੁਰੇ ਹਨ। ਇਸ ਲਈ ਤੂੰ ਇਹ ਗੀਤ ਲਿਖ ਕੇ ਇਸਰਾਏਲ ਦੇ ਸਭ ਲੋਕਾਂ ਨੂੰ ਸਿਖਾ ਅਤੇ ਇਹਨਾਂ ਦੇ ਦਿਲਾਂ ਵਿੱਚ ਇਸ ਨੂੰ ਬਿਠਾ ਦੇ। ਇਹ ਗੀਤ ਇਹਨਾਂ ਲੋਕਾਂ ਦੇ ਵਿਰੁੱਧ ਮੇਰੇ ਵੱਲੋਂ ਗਵਾਹੀ ਠਹਿਰੇਗਾ। ਮੈਂ ਤਾਂ ਇਹਨਾਂ ਦੇ ਪੁਰਖਿਆਂ ਨੂੰ ਦਿੱਤੇ ਬਚਨ ਅਨੁਸਾਰ ਸੁੰਦਰ ਉਪਜਾਊ ਧਰਤੀ ਤੇ ਲੈ ਜਾਵਾਂਗਾ, ਪਰ ਇਹ ਉੱਥੇ ਜਦੋਂ ਪੇਟ ਭਰ ਕੇ ਖਾਣਗੇ ਤਾਂ ਇਹ ਮੇਰੇ ਵੱਲੋਂ ਮੁੜ ਕੇ ਦੂਜਿਆਂ ਦੇਵਤਿਆਂ ਦੇ ਪਿੱਛੇ ਲੱਗ ਜਾਣਗੇ ਅਤੇ ਉਹਨਾਂ ਦੀ ਪੂਜਾ ਕਰਨਗੇ। ਪਰ ਇਹ ਗੀਤ ਇਹਨਾਂ ਦੇ ਲਈ ਉਸ ਸਮੇਂ ਗਵਾਹੀ ਠਹਿਰੇਗਾ ਜਦੋਂ ਇਹਨਾਂ ਉੱਤੇ ਬਹੁਤ ਦੁੱਖ ਅਤੇ ਮੁਸੀਬਤਾਂ ਆਉਣਗੀਆਂ, ਕਿਉਂਕਿ ਇਸ ਗੀਤ ਨੂੰ ਉਸ ਸਮੇਂ ਵੀ ਇਹਨਾਂ ਦੀ ਸੰਤਾਨ ਗਾਵੇਗੀ। ਇਹਨਾਂ ਦੇ ਅੰਦਰਲੇ ਵਿਚਾਰਾਂ ਨੂੰ ਇਸ ਸਮੇਂ ਮੈਂ ਜਾਣਦਾ ਹਾਂ, ਜਿਨ੍ਹਾਂ ਬਾਰੇ ਇਸ ਸਮੇਂ ਸੋਚ ਰਹੇ ਹਨ, ਜਦੋਂ ਕਿ ਅਜੇ ਮੈਂ ਇਹਨਾਂ ਨੂੰ ਆਪਣੀ ਸਹੁੰ ਚੁੱਕੀ ਧਰਤੀ ਤੇ ਵੀ ਨਹੀਂ ਲੈ ਕੇ ਗਿਆ ਹਾਂ। ਇਸ ਲਈ ਮੂਸਾ ਨੇ ਉਸੇ ਦਿਨ ਇਸ ਗੀਤ ਨੂੰ ਲਿਖ ਕੇ ਇਜ਼ਰਾਈਲ ਦੇ ਲੋਕਾਂ ਨੂੰ ਸਿਖਾ ਦਿੱਤਾ। ਤਦ ਪ੍ਰਭੂ ਨੇ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਮੂਸਾ ਵਾਲੀ ਜ਼ਿੰਮੇਦਾਰੀ ਇਹ ਕਹਿ ਕੇ ਸੌਂਪੀ, ਤੂੰ ਤਕੜਾ ਅਤੇ ਦਲੇਰ ਹੋ। ਤੂੰ ਇਜ਼ਰਾਈਲ ਦੇ ਲੋਕਾਂ ਨੂੰ ਉਸ ਧਰਤੀ ਤੇ ਲੈ ਕੇ ਜਾਵੇਂਗਾ ਜਿਸ ਦੀ ਮੈਂ ਉਹਨਾਂ ਨੂੰ ਦੇਣ ਦੇ ਲਈ ਸਹੁੰ ਖਾਧੀ ਹੈ।
ਮੈਂ ਤੇਰੇ ਨਾਲ ਹੋਵਾਂਗਾ। ਫਿਰ ਜਦੋਂ ਮੂਸਾ ਨੇ ਵਿਵਸਥਾ ਦੀ ਇਹ ਪੁਸਤਕ ਪੂਰੀ ਪੁਸਤਕ ਲਿਖ ਲਈ ਤਾਂ ਉਸ ਨੇ ਲੇਵੀ ਪੁਰੋਹਿਤਾਂ ਨੂੰ, ਜੋ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ, ਇਹ ਆਗਿਆ ਦਿੱਤੀ, ਇਹ ਪੁਸਤਕ ਲੈ ਲਵੋ ਅਤੇ ਇਸ ਨੂੰ ਪ੍ਰਭੂ ਆਪਣੇ ਪਰਮੇਸ਼ਰ ਦੇ ਨੇਮ ਦੇ ਸੰਦੂਕ ਦੇ ਨਾਲ ਰੱਖ ਲਵੋ ਕਿ ਇਹ ਇਹਨਾਂ ਲੋਕਾਂ ਦੇ ਵਿਰੁੱਧ ਗਵਾਹੀ ਠਹਿਰੇ। ਮੈਂ ਜਾਣਦਾ ਹਾਂ ਕਿ ਇਹ ਲੋਕੀ ਕਿੰਨੇ ਵਿਦਰੋਹੀ ਭਾਵਨਾ ਵਾਲੇ ਅਤੇ ਹਠ ਧਰਮੀ ਹਨ। ਇਹ ਮੇਰੇ ਅੱਜ ਤੁਹਾਡੇ ਨਾਲ ਜਿਉਂਦੇ ਹੋਣ ਤੇ ਪ੍ਰਭੂ ਦਾ ਵਿਦਰੋਹ ਕਰਨ ਤੋਂ ਨਾ ਟਲੇ ਤਾਂ ਇਹ ਮੇਰੇ ਮਰਨ ਦੇ ਪਿੱਛੋਂ ਤਾਂ ਪ੍ਰਭੂ ਦਾ ਹੋਰ ਵੀ ਅਧਿਕ ਵਿਦਰੋਹ ਕਰਨਗੇ। ਇਸੇ ਲਈ ਤੁਹਾਡੇ ਸਭ ਕਬੀਲਿਆਂ ਦੇ ਬਜ਼ੁਰਗ ਅਤੇ ਅਧਿਕਾਰੀ ਲੋਕ ਮੇਰੇ ਕੋਲ ਇਕੱਠੇ ਹੋਣ ਕਿ ਉਹਨਾਂ ਸਭ ਨੂੰ ਆਮੋ ਸਾਹਮਣੇ ਆਕਾਸ਼ ਅਤੇ ਧਰਤੀ ਨੂੰ ਗਵਾਹ ਮੰਨਦਾ ਹੋਇਆ ਇਹ ਗੱਲਾਂ ਕਹਾਂ। ਮੈਂ ਇਹ ਪੂਰੀ ਤਰ੍ਹਾਂ ਨਾਲ ਜਾਣਦਾ ਹਾਂ ਕਿ ਮੇਰੇ ਮਰ ਜਾਣ ਦੇ ਪਿੱਛੋਂ ਤੁਸੀਂ ਬੁਰਾਈ ਹੀ ਕਰੋਗੇ। ਤੁਸੀਂ ਮੇਰੀਆਂ ਸਭ ਦੱਸੀਆਂ ਗੱਲਾਂ ਵੱਲੋਂ ਮੂੰਹ ਮੋੜ ਲਵੋਗੇ ਅਤੇ ਤੁਹਾਡੇ ਤੇ ਉਸ ਸਮੇਂ ਮੁਸੀਬਤ ਪਵੇਗੀ। ਇਹ ਇਸ ਲਈ ਕਿ ਤੁਸੀਂ ਪ੍ਰਭੂ ਦੇ ਵਿਰੁੱਧ ਬੁਰਾਈ ਕੀਤੀ ਹੈ ਅਤੇ ਆਪਣੇ ਹੱਥਾਂ ਦੇ ਕੰਮਾਂ ਦੁਆਰਾ ਉਸ ਦੇ ਗੁੱਸੇ ਨੂੰ ਭੜਕਾਇਆ ਹੈ। ਮੂਸਾ ਦਾ ਗੀਤ। ਤਦ ਮੂਸਾ ਨੇ ਇਹ ਗੀਤ ਦੇ ਸਾਰੇ ਸ਼ਬਦ ਸਾਰੇ ਇਸਰਾਇਲ ਦੇ ਸਾਹਮਣੇ ਗਾਏ ਜੋ ਉਹਨਾਂ ਨੇ ਸੁਣੇ। ਆਮੀਨ। ਸੋ ਹੁਣ ਜਿਹੜੀ ਮੇਨ ਚੀਜ਼ ਇੱਥੇ ਇਹ ਆਈ ਹੈਗੀ ਆ, ਜਿਸ ਲਈ ਅਸੀਂ ਦੇਖਦੇ ਪਏ ਹਾਂ, ਇਸ 'ਚ ਦੋ ਚੀਜ਼ਾਂ ਖਾਸ ਆ। ਪਹਿਲੀ ਚੀਜ਼ ਕਿ ਪ੍ਰਭੂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਇਹ ਜਿਹੜੇ ਲੋਕ ਆ ਇੱਥੇ ਬੈਠੇ ਆ, ਇਹਨਾਂ ਦੇ ਜਿਹੜੇ ਮਨ ਆ, ਇਹਨਾਂ ਦੇ ਮਨ ਆਲਰੇਡੀ ਤਾਣਾ ਬਾਣਾ ਬੁਣਦੇ ਪਏ ਕਿ ਅਸੀਂ ਜਿਸ ਲਈ ਉਸ ਧਰਤੀ ਤੇ ਜਾਣਾ ਤੇ ਅਸੀਂ ਕੀ ਕਰਨਾ। ਇਹਨਾਂ ਦੇ ਮਨ ਦੇ ਵਿੱਚ ਆਲਰੇਡੀ ਚੀਜ਼ਾਂ, ਕਿਉਂਕਿ ਇਹਨਾਂ ਨੇ ਥੋੜੀ ਜਿਹੀ ਜਿੱਤ ਪ੍ਰਾਪਤ ਕੀਤੀ ਆ ਤੇ ਉਸ ਜਿੱਤ ਦੇ ਵਿੱਚ ਵੀ ਇਹਨਾਂ ਨੇ ਉਹ ਸਾਰੇ ਕੰਮ ਦੁਆਰਾ ਕੀਤੇ ਆ ਜਿਹੜੇ ਮੈਂ ਇਹਨਾਂ ਨੂੰ ਕਰਨ ਤੋਂ ਮਨਾ ਕੀਤੇ ਸੀ। ਫॉर एग्जांपल मोआब ਦੇ ਜਿਸ ਲਈ ਉਹ ਆਏ ਆ, मोआब ਦੇ ਰਾਜਾ ਬਲਾਕ ਨੇ ਬਲਿਆਮ ਨੂੰ ਸੱਦ ਕੇ ਇਹਨਾਂ ਨੂੰ ਸਰਾਫ ਦੇਣਾ ਚਾਹਿਆ, ਪਰ ਉਹ ਦੇ ਨਹੀਂ ਸਕਿਆ। ਆਖਰ ਜਾਂਦਾ ਜਾਂਦਾ ਬਲਿਆਮ ਨੂੰ ਸਲਾਹ ਦੇ ਗਿਆ ਕਿ ਇਹਨਾਂ ਦਾ ਇੱਕੋ ਹੀ ਤਰੀਕਾ ਕਿ ਇਹਨਾਂ ਦੇ ਵਿੱਚ ਤੂੰ ਜਵਾਨ ਸੋਹਣੀਆਂ ਕੁੜੀਆਂ ਘੱਲ, ਉਹ ਇਹਨਾਂ ਨੂੰ ਫੱਟ ਕੇ ਲਿਆਉਣਗੀਆਂ, ਉਹ ਇਹਨਾਂ ਤੋਂ ਬੁੱਤ ਪ੍ਰਸਤੀ ਕਰਾਉਣਗੀਆਂ, ਤਾਂ ਫਿਰ ਇਹਨਾਂ ਦਾ ਪ੍ਰਭੂ ਇਹਨਾਂ ਦੇ ਖਿਲਾਫ ਗੁੱਸੇ ਦੇ ਵਿੱਚ ਆਏਗਾ ਤੇ ਇਹਨਾਂ ਨੂੰ ਫਿਰ ਸਜ਼ਾ ਮਿਲੇਗੀ ਔਰ ਹੋ ਸਕਦਾ ਇਹਨਾਂ ਨੂੰ ਖਤਮ ਕਰ ਦੇ। ਔਰ ਉਸਨੇ ਉਸੇ ਤਰ੍ਹਾਂ ਕੀਤਾ। ਇਹਨਾਂ ਦੇ ਵਿੱਚ ਬਿਮਾਰੀ ਫੈਲੀ, ਇਹਨਾਂ ਦੇ ਬਹੁਤ ਸਾਰੇ ਲੋਕ ਮਰ ਗਏ। ਪ੍ਰਭੂ ਦੇ ਅੱਗੇ ਦੁਆ ਕੀਤੀ ਗਈ ਕਿ ਪ੍ਰਭੂ ਤੂੰ ਰਹਿਮ ਕਰ। ਪ੍ਰਭੂ ਨੇ ਰਹਿਮ ਕੀਤੀ। ਫਿਰ ਇਹਨਾਂ ਨੇ ਮੁਆਬ ਨੂੰ ਸਜ਼ਾ ਦਿੱਤੀ। ਮੁਆਬ ਦੇ ਉੱਤੇ ਹਮਲਾ ਕੀਤਾ ਗਿਆ, ਇਹ ਜਿੱਤ ਗਏ ਔਰ ਲੋਕ ਜਿਹੜੇ ਸੀਗੇ 1,000 ਹਰੇਕ ਕਬੀਲੇ ਦੇ ਵਿੱਚੋਂ ਗਿਆ ਸੀ। 12,000 ਨੇ ਹਮਲਾ ਕੀਤਾ ਸੀ ਮੁਆਬ ਦੇ ਉੱਤੇ। ਉਹ ਵਾਪਸ ਆਉਂਦੇ ਹੋਏ ਉਹਨਾਂ ਦੀਆਂ ਕੁੜੀਆਂ ਔਰ ਔਰਤਾਂ ਨੂੰ ਦੇ ਲਿਆ, ਜਦ ਕਿ ਪਤਾ ਸੀ ਕਿ ਸਾਨੂੰ ਇਸ ਚੀਜ਼ ਦੀ ਸਜ਼ਾ ਮਿਲ ਚੁੱਕੀ। ਜਦ ਕਿ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਸਜ਼ਾ ਮਿਲ ਚੁੱਕੀ। ਪ੍ਰਭੂ ਦਾ ਗੁੱਸਾ ਫਿਰ ਉਹਨਾਂ ਤੇ ਭੜਕਿਆ। ਇਹ ਕੀ ਕਰਦੇ ਪਏ? ਮੂਸਾ ਦਾ ਗੁੱਸਾ ਉਹਨਾਂ ਤੇ ਭੜਕਿਆ। ਤੁਸੀਂ ਕੀ ਕਰਦੇ ਪਏ? ਤੁਸੀਂ ਕੁਝ ਸਿੱਖਿਆ ਹੀ ਨਹੀਂ, ਤੁਸੀਂ ਕੁਝ ਵੀ ਨਹੀਂ ਸਿੱਖਿਆ। ਕੀ ਹੋ ਕੇ ਹਟਿਆ? ਥੋੜਾ ਚਿਰ ਪਹਿਲਾਂ, ਮਹੀਨੇ ਵੀ ਨਹੀਂ ਹੋਏ, ਕੀ ਹੋ ਕੇ ਹਟਿਆ? ਸੋ ਉਸਨੂੰ ਪਤਾ ਆ ਕਿ ਇਹਨਾਂ ਲੋਕਾਂ ਨੇ ਜਿਸ ਲਈ ਹੁਣ ਉਸ ਧਰਤੀ ਤੇ ਜਾਣਾ ਤੇ ਇਹਨਾਂ ਨੇ ਕੀ ਕਰਨਾ। ਸੋ ਮੂਸਾ ਨੇ ਕਿਹਾ ਕਿ ਮੇਰੇ ਵਿੱਚ ਤੇ ਤੁਹਾਡੇ ਵਿੱਚ ਇਹ ਪੁਸਤਕ ਗਵਾਹੀ ਠਹਿਰੇਗੀ ਕਿ ਮੈਂ ਆਪਣਾ ਕੰਮ ਕਰ ਦਿੱਤਾ। ਮੈਂ ਜੋ ਕਰ ਸਕਦਾ ਸੀ ਮੈਂ ਤੁਹਾਡੇ ਲਈ ਕਰ ਦਿੱਤਾ ਔਰ ਇਹ ਪੁਸਤਕ ਮੈਨੂੰ ਆਜ਼ਾਦ ਕਰਦੀ। ਔਰ ਇਸ ਪੁਸਤਕ ਨੂੰ ਤੁਸੀਂ ਜਿਸ ਤਰ੍ਹਾਂ ਕਿ ਜਿਹੜੀ ਸੰਦੂਕ ਆ, ਜਿਹੜਾ ਪ੍ਰਭੂ ਦਾ ਸੰਦੂਕ ਆ, ਆਰਕ ਆਫ ਕਵਨੈਂਟ ਆ, ਜਿਹੜੀ ਅੰਦਰ ਪਈ ਆ ਮੰਦਿਰ ਦੇ, ਸੋ ਉਸਦੇ ਇੱਕ ਪਾਸੇ ਲਾਠੀ ਪਈ ਆ ਔਰ ਦੂਸਰੇ ਪਾਸੇ ਇਹ ਵਿਵਸਥਾ ਸਾਰ ਦੀ ਪੁਸਤਕ, ਤਾਂ ਕਿ ਹਮੇਸ਼ਾ ਇਹਨਾਂ ਲੋਕਾਂ ਦੇ ਲਈ ਇਹਨਾਂ ਦੇ ਖਿਲਾਫ ਇਹ ਗਵਾਹੀ ਠਹਿਰੇ। ਦੂਸਰੀ ਇਸ ਦੇ ਵਿੱਚ ਜਿਹੜੀ ਮਹਾਨ ਚੀਜ਼ ਆਉਂਦੀ ਆ ਕਿ ਹੁਣ ਯਹੋਸ਼ੂਆ ਨੇ ਪ੍ਰਭੂ ਦੀ ਆਵਾਜ਼ ਸੁਣੀ। ਹੁਣ ਮੂਸਾ ਨੇ ਆ ਕੇ ਯਹੋਸ਼ੂਆ ਨੂੰ ਨਹੀਂ ਦੱਸਿਆ। ਹੁਣ ਸਿੱਧੀ ਗੱਲ
प्रभु ने यहोशुआ दे नाल कीती। और उसने उन्हां लोकां दे वांग नहीं किया कि नहीं नहीं प्रभु मेरे नाल ना बोले, प्रभु मेरे नाल ना बोले ना, क्योंकि असी मैं मर जाऊंगा, मैं सुन नहीं सकता। तो प्रभु ने ऑलरेडी उसनों मूसा वाली आत्मा दिती, क्यों सुन सकता। सो प्रभु ने आप उसनों नून दे पुत्र यहोशुआ नूं किया। 23वीं आयत देखो कि तद प्रभु ने नून दे पुत्र यहोशुआ नूं मूसा वाली जिम्मेदारी ये कह के सौंपी, तू तकड़ा हो। पहला मूसा ने ये चीज कही सी। पहला मूसा ने जिस वेले संगत दे सामने ओदे उत्ते अपना हाथ रखिया और उसनूं बरकत दिती और क्या कि अज तो बाद तुहानूं ये सांभेगा। हुण प्रभु ने उस दे उत्ते अपना हाथ रखिया। सो हुण यहोशुआ प्रभु दी आवाज नूं सुन रहा। पहला उसने प्रभु दी जिहड़ी आवाज सुनी सी वो जिस वेले वो सीना पहाड़ दे उत्ते सी, उत्थे सुनी सी। सीना पहाड़ है रोग दा पहाड़ इक्को चीज है, दोनों दे दोने पहाड़ां दी दो साइडां ही आ, पर पहाड़ हो सीना दा पहाड़ उत्थे सुनी सी। क्योंकि एक पासे वादी जिहड़ी वो कहौंदी आ हैरोग दी वादी, दूसरे पासे दी जिहड़ी वादी आ वो साइनाई दी वादी कहौंदी आ। सो इधरले पासे वाले लोग उसनूं उसदा जिहड़ा नाम आ वो सीना पहाड़ लेंदे, जिहड़े दूजे वाले पासे वाले लोग उसनूं हैरोग पहाड़ कहंदे। सो बेसिकली दैट्स इट, पर इक्को ही पहाड़। सो उसने उत्थे प्रभु दी आवाज सुनी सी। उस तो बाद प्रभु मूसा दे नाल गल करदा आ रहा और मूसा आके उन्हां नूं दसदा आ रहा। लेकिन हुण यहोशुआ नूं प्रभु दी आवाज सुनाई दी और प्रभु ने उसनूं कहा, जिम्मेवारी दिंदे हुए, क्या तू तकड़ा ते दलेर हो, इजराइल दे लोकां नूं उस धरती ते लैके जा जिसदी मैं उन्हां नूं देण दी सौं खाधी है, मैं तेरे नाल होवां। सो ये तीन चीजां जिहड़ियां उसने सुनिया कि तू तकड़ा ते दलेर हो, तू इजराइल दे लोकां नूं उस धरती ते लैके जावेगा जिसदी मैं उसनूं देण दी सौं खाधी है, मैं तेरे नाल होवां। सो हर जंग दे लई साडे लई हथियार इन्ने जरूरी है, साडे लई प्रभु की हजूरी जरूरी है। साडे नाल कौन सा है? इस करके हर सवेरे कोशिश करो कि प्रभु दे नाल दिन में शुरू करो और उसमें अपने नाल और फिर उसकी हजूरी तुहाडे नाल बनी। जिते रखोगे स्वर्ग जी जाके पता लगेगा कि कितनियां मुसीबतां प्रभु ने आउण ही नहीं दित्तियां जिहड़ियां आ रही सी। उत्थे जाके पता लगेगा, क्योंकि असीं प्रभु नूं नाल लैके जाने, नाल लैके। हुण आपां मंडे नूं दुबारा मिलांगे और जिहड़े लोकल भैन भरा आ तुहानूं संडे नूं मिलांगे सवेरे, और जिहड़े तुसीं भैन भरा शाम नूं वीडियो देखते हैं संडे दी सरमन दी, तुहानूं शाम नूं संडे शाम नूं मिलांगे वीडियो राहीं। पर साडी जिहड़ी स्टडी आ शुरू रहेगी और असीं उस दिन नूं बेसिकली मूसा दे गीत दे विच दी गुजरांगे। अगले हफ्ते असीं इस पुस्तक नूं खत्म करते हैं। लेकिन अगे बढ़न तो पहला यहोशुआ दी पुस्तक दे विच जाण तो पहला असीं इस चीज नूं देखांगे कि असीं पिछों की कुछ सिੱਖਿਆ, किहड़ियां चीज़ां प्रभु ने सानूं दित्तियां, किहड़ा क्वेश्चन है जिहड़ा आंसर नहीं होया। सो उस दे विच असीं पहला समा गुजारांगे और उस तो बाद फिर असीं यहोशुआ दी पुस्तक नूं शुरू करांगे। लेट्स प्रे। पास्टर जी मंडे नूं नाले कहंदे ऑफ हुंदा वा स्टडी। मंडे नूं ते राणी साडी स्टडी नहीं हुंदी है जी शाम दी, संडे हाँ जी पास्टर जी मंडे नूं नहीं हुंदी ना जूम ते मीटिंग। नहीं मंडे ते ਪਹਿਲਾਂ ਨਹੀਂ ਸੀ ਹੁੰਦੀ, ਪਹਿਲਾਂ ਨਹੀਂ ਸੀ ਹੁੰਦੀ, ਹੁਣ ਹੁੰਦੀ ਆ।
ਠੀਕ ਹੈ ਪਾਸਟਰ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ। Yeah.